ਸਾਹਿਬ ਜੀਓ ਜਿਉ ਲੀਲਾ ਕੀਨੀ ਰਿਤ ਬਰਖਾ ਤਿਉ ਮੈਂ ਕਹਿਓ ਸੁਨੋ ਸੁਹਰਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਮਲਕ ਗਿਆਨਮਈ ਗਿਆਨ ਦੇ ਸਾਗਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਵਿੱਤਰ ਪਾਵਨ ਗੋਦ ਵਿੱਚ ਪਾਵਨ ਅਸਥਾਨ ਗੁਰਦੁਆਰਾ ਬੌਲੀ ਸਾਹਿਬ ਵਿਖੇ ਸ਼ਾਮਾਂ ਦੀ ਦੀਵਾਨਾਂ ਦੀਆਂ ਨਿੱਤਾਂ ਪ੍ਰਤੀ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਵਡਭਾਗੇ ਹਾਂ। ਸਤਿਗੁਰੂ ਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ ਹੈ। ਸੰਗਤ ਵਿੱਚ ਜੁੜ ਕੇ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਆ। ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੂਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਦੇ ਨਾਲ ਐਸੀਆਂ ਸੁਹਾਵਣੀਆਂ ਘੜੀਆਂ ਨਸੀਬ ਹੁੰਦੀਆਂ। ਪੂਰੇ ਸਤਿਗੁਰਾਂ ਦੇ ਪਾਸ ਆਪਣੇ ਜੀਵਨ ਦਾ ਕਲਿਆਣ ਕਰਾਉਣ ਵਾਸਤੇ ਪਹੁੰਚਦੇ ਆ। ਸਤਿਗੁਰੂ ਨਾਮ ਦੇ ਨਾਲ ਜੋੜ ਕੇ ਅੰਮ੍ਰਿਤਮਈ ਬਾਣੀ ਸਾਡੇ ਹਿਰਦੇ ਦੇ ਵਿੱਚ ਵਸਾ ਕੇ ਸਾਡਾ ਨਾਤਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦਿੰਦਾ ਹੈ। ਗੁਰੂ ਬਾਣੀ ਵੰਡਦਾ ਹੈ, ਗੁਰੂ ਅੰਮ੍ਰਿਤ ਵੰਡਦਾ ਹੈ ਔਰ ਇਹ ਗੁਰੂ ਦਾ ਬਿਰਧ ਤੇ ਗੁਰੂ ਦਾ ਸੁਭਾਅ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜੀਆਂ ਸੋਹਣੀਆਂ ਕੁਝ ਗੱਲਾਂ ਲਿਖੀਆਂ। ਕਈ ਵਾਰੀ ਗੁਰੂ ਤੇ ਬੜੇ ਕਟਾਕਸ਼ ਹੁੰਦੇ ਆ, ਬੜੀਆਂ ਗੱਲਾਂ ਹੁੰਦੀਆਂ, ਪਰ ਗੁਰੂ ਆਪਣਾ ਕਦੇ ਬਿਰਧ ਨਹੀਂ ਜੇ ਬਦਲਦਾ। ਗੁਰੂ ਕਦੇ ਵੀ ਆਪਣਾ ਸੁਭਾਅ ਚੇਂਜ ਨਹੀਂ ਕਰਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਗੁਰੂ ਦੀ ਡਿਊਟੀ ਲੱਗੀ ਹੈ ਦੁਨੀਆ ਦੇ ਲੋਕਾਂ ਦਾ ਕਲਿਆਣ ਕਰਨ ਵਾਸਤੇ। ਬਾਣੀ ਦੇ ਵਿੱਚ ਇੱਕ ਬੋਲ ਆਉਂਦੇ ਆ, ਅਸੀਂ ਰੋਜ਼ਾਨਾ ਉਹ ਕਈ ਵਾਰੀ ਪੜ੍ਹਦੇ ਹੁਕਮਨਾਮੇ 'ਚ ਸੁਣਦੇ ਆ, ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੈ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਵੀ ਨਹੀਂ, ਪਰ ਅਕਾਲ ਪੁਰਖ ਵਾਹਿਗੁਰੂ ਦਾ ਉਹਨਾਂ ਨੇ ਆਪਣੇ ਆਪ ਨੂੰ ਸੇਵਕ ਕਿਹਾ ਵੀ ਅਸੀਂ ਅਕਾਲ ਪੁਰਖ ਦੇ ਸੇਵਕ ਆ, ਉਹਦੇ ਭੇਜੇ ਹੋਏ ਆ, ਤੇ ਸਾਡੀ ਡਿਊਟੀ ਹੈ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਦੁਨੀਆ ਦੇ ਲੋਕਾਂ ਨੂੰ ਜੋੜਨ ਦੀ। ਔਰ ਜੇ ਇਹ ਸੁਭਾਅ ਵੇਖ ਕੇ ਕੋਈ ਸਾਡੇ ਵਰਗਾ ਗੁਰੂ ਤੇ ਉਂਗਲ ਚੁੱਕੇ ਔਰ ਗੁਰੂ ਦੇ ਪ੍ਰਤੀ ਕੋਈ ਨਾ ਕੋਈ ਐਸੇ ਸ਼ਬਦ ਵਰਤੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਪਾਤਸ਼ਾਹ ਇਹਨਾਂ ਗੱਲਾਂ ਨੂੰ ਵੇਖ ਕੇ ਕਦੀ ਆਪਣਾ ਸੁਭਾਅ ਨਹੀਂ ਜੀ ਬਦਲਦਾ। ਕਿੰਨੇ ਵੀ ਲੋਕ ਦੁੱਖ ਦਿੰਦੇ ਆ, ਪਰ ਉਹਦਾ ਸੁਭਾਅ ਹੀ ਪਰਉਪਕਾਰ ਕਰਨਾ, ਪਰਉਪਕਾਰ ਹੀ ਕਰਦਾ। ਗੁਰੂ ਭਲਾ ਹੀ ਕਮਾਉਂਦਾ, ਭਲਾ ਹੀ ਕਰਦਾ, ਤੇ ਸਾਨੂੰ ਕਮਾਉਣ ਵਾਸਤੇ ਵੀ ਹੁਕਮ ਲਾਉਂਦਾ, ਸਿਖਾਉਂਦਾ ਹੈ ਸਾਨੂੰ ਗੁਰੂ। ਭਾਈ ਗੁਰਦਾਸ ਜੀ ਨੇ ਇਸ ਪ੍ਰਥਾਏ ਕੋਈ 3-4 ਉਦਾਹਰਨਾਂ ਦਿੱਤੀਆਂ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂ, ਫਿਰ ਮੈਂ ਇਤਿਹਾਸ ਵੱਲ ਆਉਣਾ ਚਾਹੁੰਦਾ। ਭਾਈ ਸਾਹਿਬ ਜੀ ਕਹਿੰਦੇ ਕਦੇ ਰੁੱਖ ਦੇ ਵੱਲ ਦੇਖਿਓ, ਰੁੱਖ ਨੂੰ ਜੇ ਫਲ ਲੱਗਾ ਹੋਵੇ, ਲੋਕ ਫਲ ਪ੍ਰਾਪਤ ਕਰਨ ਵਾਸਤੇ ਕਈ ਵਾਰੀ ਵੱਟੇ ਮਾਰਦੇ ਆ, ਕਈ ਵਾਰੀ ਉੱਤੇ ਸੋਟੇ ਮਾਰਨਗੇ, ਕਈ ਪ੍ਰਕਾਰ ਦੇ ਦੁੱਖ ਦਿੰਦੇ ਆ। ਉਹ ਫਲ ਵੀ ਲੋਕਾਂ ਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ, ਪਰ ਰੁੱਖ ਕਦੇ ਕਿਸੇ ਨੂੰ ਉਲਾਮਾ ਨਹੀਂ ਜੇ ਦਿੰਦਾ, ਕਦੇ ਉਲਾਮਾ ਨਹੀਂ ਦੇਵੇਗਾ। ਅਸੀਂ ਆਪਣੀ ਸਹੂਲਤ ਦੇ ਵਾਸਤੇ ਆਪਣੇ ਘਰ ਪਾਉਂਦੇ ਹਾਂ, ਮਕਾਨ ਪਾਉਂਦੇ ਹਾਂ, ਉਹਨਾਂ ਮਕਾਨਾਂ ਨੂੰ ਅਸੀਂ ਬਾਰੀਆਂ ਲਾਉਂਦੇ ਹਾਂ, ਬੂਹੇ ਚਾੜ੍ਹਦੇ ਹਾਂ, ਪਰ ਉਹ ਲੱਕੜ ਦੇ ਬਣਾਏ ਜਾਂਦੇ ਆ, ਔਰ ਲੱਕੜ ਜਿਹੜੀ ਉਹ ਰੁੱਖ ਤੋਂ ਪ੍ਰਾਪਤ ਹੁੰਦੀ ਹੈ।
ਭਾਈ ਗੁਰਦਾਸ ਜੀ ਨੇ ਅਗਲੀ ਉਦਾਹਰਨ ਇਹ ਦਿੱਤੀ, ਆਂਦੇ ਉਸ ਰੁੱਖ ਤੋਂ ਲੱਕੜ ਪ੍ਰਾਪਤ ਕਰਨ ਵਾਸਤੇ ਉਹਦੇ ਸਿਰ ਦੇ ਉੱਪਰ ਆਰਾ ਚਲਾਇਆ ਜਾਂਦਾ ਹੈ। ਸਾਨੂੰ ਉਹਨੇ ਲੱਕੜ ਦੇ ਦਿੱਤੀ ਹੈ, ਉਹਦੇ ਵਿੱਚ ਚੀਰ ਪਾ ਦਿੱਤੇ, ਬੜੇ ਦੁੱਖ ਹੋਏ, ਉਹਨੂੰ ਤਕਲੀਫਾਂ ਹੋਈਆਂ, ਪਰ ਇਹ ਸਾਰੀਆਂ ਤਕਲੀਫਾਂ ਝੱਲਣ ਤੋਂ ਬਾਅਦ ਰੁੱਖ ਨੇ ਸਾਨੂੰ ਉਲਾਮਾ ਨਹੀਂ ਜੀ ਦਿੱਤਾ, ਲੱਕੜ ਦੇ ਦਿੱਤੀ ਹੈ। ਅਗਲੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਸਿੱਪੀ ਵੱਲ ਦੇਖਿਓ, ਸਿੱਪੀ ਦੇ ਵਿੱਚੋਂ ਮੋਤੀ ਪ੍ਰਾਪਤ ਕਰਨ ਵਾਸਤੇ ਉਹਨੂੰ ਤੋੜਿਆ ਜਾਂਦਾ ਹੈ, ਉਹਦਾ ਮੂੰਹ ਭੰਨਿਆ ਜਾਂਦਾ ਹੈ, ਮੂੰਹ ਭੰਨ ਕੇ ਉਹਦੇ ਵਿੱਚੋਂ ਮੋਤੀ ਕੱਢ ਲਿਆ ਜਾਂਦਾ। ਉਹ ਬੜਾ ਕੀਮਤੀ ਹੈ, ਅਸੀਂ ਉਹਦਾ ਮੁੱਲ ਪਵਾ ਦਿੰਦੇ ਹਾਂ, ਸਾਡੇ ਵਾਸਤੇ ਹੈ। ਪਰ ਜਿਹੜੀ ਸਿੱਪੀ ਦਾ ਮੂੰਹ ਤੋੜ ਦਿੱਤਾ, ਜਿਹਨੂੰ ਭੰਨ ਦਿੱਤਾ ਹੈ, ਭਾਈ ਸਾਹਿਬ ਜੀ ਕਹਿਣ ਲੱਗੇ, ਉਹਨੇ ਕਦੇ ਵੀ ਤੁਹਾਨੂੰ ਬੁਰਾ ਨਹੀਂ ਜੇ ਕਹਿਣਾ, ਤੁਹਾਡਾ ਭਲਾ ਹੀ ਮੰਗੇਗੀ, ਕਦੇ ਉਹ ਬੁਰਾ ਨਹੀਂ ਮੰਗਦੀ। ਅਗਲੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਆਦੇ ਜਿਹੜੇ ਪਹਾੜਾਂ ਨੂੰ ਖੋਦਣ ਵਾਲੇ ਆ ਨਾ, ਬੜਾ ਕੁਝ ਪ੍ਰਾਪਤ ਕਰਦੇ। ਕਈ ਨਾ ਬੜੇ ਸੋਹਣੇ ਉਹਨਾਂ ਦੇ ਵਿੱਚੋਂ ਪੱਥਰ ਮਿਲ ਜਾਂਦੇ ਆ, ਜਿਨ੍ਹਾਂ ਨੂੰ ਨਗ ਕਿਹਾ ਜਾਂਦਾ ਹੈ। ਜਦੋਂ ਪਹਾੜਾਂ ਨੂੰ ਖੋਦਿਆ ਜਾਂਦਾ ਹੈ, ਉਹਨਾਂ ਨਗਾਂ ਨੂੰ ਕੱਢ ਕੇ ਖੋਦ ਕੇ ਉਹਨਾਂ 'ਤੇ ਕਈ ਪ੍ਰਕਾਰ ਦੇ ਹਥਿਆਰ ਚਲਾਏ ਜਾਂਦੇ ਆ। ਕੋਈ ਉਹਨਾਂ ਨੂੰ ਗਲਾਂ ਵਿੱਚ ਪਾ ਲੈਂਦਾ, ਕੋਈ ਆਪਣੇ ਹੱਥਾਂ ਦੇ ਵਿੱਚ ਪਾ ਲਵੇਗਾ, ਕੋਈ ਕਿਸੇ ਤਰੀਕੇ ਦੇ ਨਾਲ ਉਹਦੀ ਵਰਤੋਂ ਕਰਦਾ ਹੈ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਜਿਹੜੇ ਪਹਾੜ ਦੇ ਉੱਪਰ ਇੰਨੇ ਹਥਿਆਰ ਚਲਾਏ ਹੈ, ਉਹ ਤੁਹਾਨੂੰ ਇਹ ਨਗ ਤੇ ਦੇ ਦੇਵੇਗਾ, ਚੰਗੇ ਪੱਥਰ ਤੇ ਦੇ ਦੇਵੇਗਾ, ਪਰ ਤੁਹਾਨੂੰ ਬੁਰਾ ਨਹੀਂ ਜੇ ਕਹਿੰਦਾ, ਕਦੇ ਬੁਰਾ ਨਹੀਂ ਕਵੇਗਾ। ਅਗਲੀ ਗੱਲ ਭਾਈ ਗੁਰਦਾਸ ਜੀ ਕਹਿਣ ਲੱਗੇ, ਕਦੇ ਸਰੋਂ ਦੇ ਵੱਲ ਦੇਖਿਓ, ਜਿਹੜੀ ਸਰੋਂ ਦਾ ਅਸੀਂ ਤੇਲ ਕਢਾਉਂਦੇ ਹਾਂ। ਭਾਈ ਸਾਹਿਬ ਜੀ ਕਹਿਣ ਲੱਗੇ, ਉਹ ਸਰੋਂ ਨੂੰ ਅਸੀਂ ਕੋਲੂ ਦੇ ਵਿੱਚ ਪਾ ਦਿੱਤਾ, ਉਹ ਪੀੜੀ ਜਾਂਦੀ ਹੈ, ਇੱਕ ਬੰਨੇ ਉਹਦੀ ਖਲ ਰਹਿ ਗਈ ਤੇ ਇੱਕ ਬੰਨੇ ਤੇਲ ਹੋ ਗਿਆ, ਦੋ ਹਿੱਸੇ ਹੋ ਗਏ। ਤੇਲ ਸਾਡੀ ਝੋਲੀ ਦੇ ਵਿੱਚ ਪਾਇਆ, ਆਪ ਕੋਲੂ ਦੇ ਵਿੱਚ ਉਹਦੀ ਪੀੜੀ ਗਈ। ਹੁਣ ਜਿਹੜਾ ਤੇਲ ਸਾਡੇ ਘਰ ਦੇ ਵਿੱਚ ਆਇਆ, ਭਾਈ ਸਾਹਿਬ ਜੀ ਕਹਿਣ ਲੱਗੇ, ਉਹਨੇ ਰੌਸ਼ਨੀ ਦੇਣੀ ਹੈ। ਜਦੋਂ ਉਹਨੂੰ ਦੀਵੇ ਦੇ ਵਿੱਚ ਪਾਉਂਦੇ ਆ, ਬੱਤੀ ਲਾਉਂਦੇ ਆ, ਜਦੋਂ ਉਹਨੂੰ ਅੱਗ ਲਾਉਂਦੇ ਆ, ਫਿਰ ਰੌਸ਼ਨੀ ਹੋ ਜਾਂਦੀ ਹੈ। ਆਪ ਕੋਲੂ ਦੇ ਵਿੱਚ ਪੀੜੀ ਗਈ, ਸਾਡੇ ਕੋਲ ਤੇਲ ਆਇਆ, ਔਰ ਉਹ ਤੇਲ ਨੂੰ ਵੀ ਅੱਗ ਤੇ ਜਲਾ ਦਿੱਤਾ ਤੇ ਸਾਡਾ ਘਰ ਪ੍ਰਕਾਸ਼ ਹੋ ਗਿਆ। ਭਾਈ ਸਾਹਿਬ ਜੀ ਕਹਿਣ ਲੱਗੇ, ਉਸ ਸਰੋਂ ਨੇ ਵੀ ਤੁਹਾਨੂੰ ਕਦੇ ਬੁਰਾ ਨਹੀਂ ਜੇ ਕਹਿਣਾ, ਕਦੇ ਉਹ ਤੁਹਾਡਾ ਬੁਰਾ ਨਹੀਂ, ਭਲਾ ਹੀ ਮੰਗਦੀ, ਸਾਨੂੰ ਚਾਨਣੀ ਦਿੰਦੀ ਹੈ, ਪ੍ਰਕਾਸ਼ ਹੀ ਦਿੰਦੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਗੁਰੂ ਦੀ ਗੱਲ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਸਾਧੂ ਦੀ ਗੱਲ ਕੀਤੀ ਹੈ, ਸੰਤ ਦੀ ਗੱਲ ਕੀਤੀ, ਮਹਾਤਮਾ ਦੀ ਗੱਲ ਕੀਤੀ, ਜਿਹੜਾ ਪਰਉਪਕਾਰ ਕਮਾਉਣ ਵਾਸਤੇ ਆਇਆ। ਉਹਦੇ ਜੀਵਨ ਦੇ ਅੰਦਰ ਅਨੇਕਾਂ ਦੁੱਖ ਆਉਣਗੇ। ਕਈ ਵਾਰੀ ਤੇ ਲੋਕ ਜ਼ੁਬਾਨ ਦੇ ਨਾਲ ਹੀ ਦੁੱਖ ਦਿੰਦੇ ਆ, ਕਈ ਵਾਰੀ ਲੋਕ ਆਪਣੇ ਹਥਿਆਰਾਂ ਦੇ ਨਾਲ ਦਿੰਦੇ ਆ, ਹੱਥਾਂ ਦੇ ਨਾਲ ਦੁੱਖ ਦਿੰਦੇ ਆ। ਪਰ ਜਿਹੜਾ ਰੱਬ ਦਾ ਪਿਆਰਾ ਸਾਧੂ ਮਹਾਤਮਾ, ਉਹ ਸਭ ਕੁਝ ਆਪਣੇ ਤੇ ਜਰ ਕੇ, ਆਪਣੇ ਪਿੰਡੇ ਤੇ ਝੱਲ ਕੇ, ਆਪਣੇ ਮਨ ਤੇ ਝੱਲ ਕੇ ਸਾਡੀ ਝੋਲੀ ਵਿੱਚ ਸ਼ਬਦ ਪੜਾ ਕਿਹੜੇ ਪਾਉਂਦਾ ਹੈ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ, ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਉਹ ਬਚਨ ਸਾਡੀ ਝੋਲੀ ਦੇ ਵਿੱਚ ਪਾ ਦਿੱਤੇ, ਲੋਕਾਂ ਦੀਆਂ ਤਕਲੀਫਾਂ ਚੱਲ ਕੇ, ਲੋਕਾਂ ਦੀਆਂ ਮੁਸ਼ਕਲਾਂ ਚੱਲਣ ਤੋਂ ਬਾਅਦ। ਜੇ ਤੇਰਾ ਕੋਈ ਬੁਰਾ ਵੀ ਕਰਦਾ, ਤੂੰ ਉਹਦਾ ਭਲਾ ਹੀ ਕਰੀ, ਮੰਗੀ ਭਲਾ ਉਹਦਾ, ਬੁਰਾ ਨਾ ਮੰਗੀ। ਸਤਿਗੁਰੂ ਕਹਿਣ ਲੱਗੇ, ਅਕਾਲ ਪੁਰਖ ਵਾਹਿਗੁਰੂ ਦੇ ਸਾਧੂ ਦਾ, ਉਹਨੂੰ ਧਿਆਉਣ ਵਾਲੇ ਦਾ ਇਹ ਸੁਭਾਅ ਬਣ ਜਾਂਦਾ, ਦੁਨੀਆ ਦੇ ਲੋਕਾਂ ਨੂੰ ਸੱਚੇ ਮਾਰਗ ਤੇ ਚਲਾਉਣਾ, ਭਾਵੇਂ ਕੋਈ ਉਸਤਤ ਕਰੇ ਤੇ ਭਾਵੇਂ ਕੋਈ ਨਾ ਕਰੇ, ਭਾਵੇਂ ਲੋਕ ਬੁਰਾ ਆਖਣ ਤੇ ਭਾਵੇਂ ਕੋਈ ਭਲਾ ਆਖੇ। ਇੱਥੇ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲੋਕਾਂ ਨੇ ਬਖਸ਼ਿਆ ਨਹੀਂ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਭੂਤਨਾ ਕਹੀ ਜਾਂਦਾ, ਕੋਈ ਬਤਾਲਾ ਕਹੀ ਜਾਂਦਾ। ਇੱਥੇ ਤੇ ਆ ਗਏ ਉਹ ਸ਼ਬਦ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਰਖਲਾਫ ਸਨ।
ਤੇ ਕਿਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਗੁਣਾਂ ਵੱਲ ਦੇਖ ਕੇ ਚੰਗੇ ਪਰਉਪਕਾਰ ਵਾਲੇ, ਉੱਥੇ ਕਹਿ ਦਿੱਤਾ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹਨਾਂ ਦੋਨਾਂ ਚੀਜ਼ਾਂ ਤੋਂ ਵੀ ਉਹ ਸਾਧੂ ਨਿਰਲੇਪ ਰਿਹਾ, ਉਹਨੇ ਆਪਣਾ ਸੁਭਾਅ ਨਹੀਂ ਬਦਲਿਆ, ਇਹਨਾਂ ਚੀਜ਼ਾਂ ਤੋਂ ਉੱਪਰ ਰਹਿੰਦਾ ਹੈ। ਨਾ ਤੇ ਉਹ ਉਸਤਤ ਦਾ ਭੁੱਖਾ ਹੁੰਦਾ ਹੈ, ਵਡਿਆਈ ਦਾ ਭੁੱਖਾ ਹੁੰਦਾ ਹੈ, ਤੇ ਨਾ ਹੀ ਕਦੇ ਮਾੜੇ ਸ਼ਬਦਾਂ ਦਾ ਉਹਨੂੰ ਦੁੱਖ ਹੀ ਪਾਉਂਦਾ ਹੈ, ਕਿਉਂਕਿ ਉਹਨੂੰ ਦੁਨੀਆ ਦੇ ਲੋਕਾਂ ਦਾ ਸੁਭਾਅ ਪਤਾ ਹੈ। ਰੱਬ ਨੂੰ ਟੁੱਟੇ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਇਹੋ ਜਿਹੀਆਂ ਬੁਰੀਆਂ ਭਾਵਨਾਵਾਂ ਲੈ ਕੇ ਤੁਰੇ ਫਿਰਦੇ ਹੈ। ਚੰਗੇ ਨੂੰ ਵੀ ਅਸੀਂ ਟਿਕਣ ਨਹੀਂ ਜੇ ਕਈ ਵਾਰ ਦਿੰਦੇ, ਮਾੜੇ ਦਾ ਤੇ ਚਲੋ ਬੁਰਾ ਹਾਲ ਹੀ ਹੈ, ਅਸੀਂ ਚੰਗੇ ਨੂੰ ਵੀ ਕਦੇ ਟਿਕਣ ਨਹੀਂ ਜੇ ਦਿੰਦੇ। ਉਹ ਜਿਹੜਾ ਰੱਬ ਦਾ ਪਿਆਰਾ ਸਾਧੂ ਮਹਾਤਮਾ ਹੈ ਨਾ, ਉਹਨੂੰ ਪਤਾ ਕਿ ਇਹ ਦੁਨੀਆ ਦੇ ਲੋਕਾਂ ਦਾ ਸੁਭਾਅ ਬਣ ਚੁੱਕਾ, ਇਹਦੇ ਵੱਸ ਦੀ ਗੱਲ ਨਹੀਂ ਰਹੀ, ਇਹਦਾ ਸੁਭਾਅ ਇਹਦੇ ਵੱਸ ਦੀ ਗੱਲ ਨਹੀਂ ਹੈ। ਰੱਬ ਕਿਰਪਾ ਕਰੇਗਾ, ਰਹਿਮਤ ਕਰੇਗਾ, ਇਹਦੀ ਮੱਤ ਵੀ ਕਿਤੇ ਸੁਮੱਤ ਵਾਲੀ ਹੋ ਸਕਦੀ ਹੈ, ਚੰਗੀ ਮੱਤ ਆ ਜਾਵੇਗੀ। ਔਰ ਉਹ ਪਰਮਾਤਮਾ ਦਾ ਸੇਵਕ ਦੁਨੀਆ ਦੇ ਅੰਦਰ ਭਲਾ ਕਰਨ ਵਾਸਤੇ ਆਉਂਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਅਗਾਂਹ ਜਾ ਕੇ ਵੇਖਿਓ, ਘਰ ਦੇ ਵਿੱਚੋਂ ਹੀ ਬੜਾ ਕੁਝ ਗੁਰੂ ਨਾਨਕ ਸਾਹਿਬ ਜੀ ਨੇ ਇਹ ਚੱਲਿਆ। ਦੇਖਿਓ, ਰੱਬ ਦੇ ਪਿਆਰੇ ਹੈ, ਰੱਬ ਦਾ ਰੂਪ ਸਨ, ਤੇ ਸਭ ਤੋਂ ਵੱਡੀ ਮਾਰ ਪਈ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਪਿਤਾ ਜੀ ਦੀਆਂ ਝਿੜਕਾਂ, ਤੇ ਉਹ ਝਿੜਕਾਂ ਅਗਾਂਹ ਇੰਨੀਆਂ ਕੋ ਵੱਧ ਗਈਆਂ, ਮੁੱਖ ਤੇ ਚਪੇੜ ਵੀ ਪੈ ਗਈ ਘਰ ਦੇ ਵਿੱਚੋਂ ਸਾਰਾ ਕੁ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਭ ਕੁਝ ਸਹਾਰਨ ਤੋਂ ਬਾਅਦ ਵੀ ਆਪਣਾ ਸੁਭਾਅ ਨਹੀਂ ਸੀ ਬਦਲਿਆ, ਆਪਣਾ ਸੁਭਾਅ ਚੇਂਜ ਨਹੀਂ ਜੇ ਕੀਤਾ। ਉਹਨਾਂ ਦਾ ਸੁਭਾਅ ਉਹੀ ਰਿਹਾ, ਦੁਨੀਆ ਦੇ ਵਿੱਚ ਠੰਡ ਵਰਤਾਉਣਾ ਹੀ। ਆਪਾਂ ਕੱਲ ਵਿਚਾਰ ਕਰ ਰਹੇ ਸੀ ਕਿ ਰਾਏ ਬੁਲਾਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਦ੍ਰਿਸ਼ ਦੇਖਿਆ ਤੇ ਉਹਨਾਂ ਦੇ ਪਿਤਾ ਜੀ ਨੂੰ ਦੱਸ ਦਿੱਤਾ, ਤੇ ਪਿਤਾ ਨੇ ਆਖਿਆ ਕੋਈ ਗੱਲ ਨਹੀਂ, ਜਦੋਂ ਸਾਡੇ ਸਾਹਮਣੇ ਕੁਝ ਵਾਪਰੇਗਾ ਤੇ ਫਿਰ ਅਸੀਂ ਦੇਖ ਲਵਾਂਗੇ। ਕਿਸੇ ਦੀ ਕਈ ਗੱਲ ਤੇ ਯਕੀਨ ਕੋਈ ਨਹੀਂ। ਘਰ ਚਲੇ ਗਏ, ਇਹ ਗੱਲਾਂ ਉੱਡਦੀਆਂ ਉੱਡਦੀਆਂ ਤਲਵੰਡੀ ਨਗਰ ਦੇ ਵਿੱਚ ਚਲੇ ਗਈਆਂ, ਪਹੁੰਚ ਗਈਆਂ। ਸਭ ਲੋਕੀ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਆ ਕਿ ਬਾਬੇ ਕਾਲੂ ਦਾ ਪੁੱਤਰ ਏਡੀਆਂ ਵੱਡੀਆਂ ਕਰਾਮਾਤ ਸ਼ਕਤੀਆਂ ਦਾ ਪ੍ਰਤੀਕ ਹੈ, ਇੰਨਾ ਕੁਝ ਰੱਬ ਨੇ ਉਹਨਾਂ ਨੂੰ ਦੇ ਕੇ ਭੇਜਿਆ। ਆਪਸ ਦੇ ਵਿੱਚ ਲੋਕ ਗੱਲਾਂ ਕਰਦੇ ਕਿ ਰੱਬ ਦੇ ਨਾਲ ਜਿਹੜੇ ਜੁੜਦੇ ਆ ਉਹ ਵਾਕਈ ਭਗਤੀ ਵਾਲੇ ਆ, ਤੇ ਜਿਹੜੇ ਰੱਬ ਤੋਂ ਟੁੱਟੇ ਉਹ ਭਗਤੀਹੀਣ ਹੋ ਜਾਂਦੇ ਆ, ਤੇ ਜਿਹੜੇ ਰੱਬ ਦੇ ਨਾਲ ਜੁੜ ਕੇ ਭਗਤੀ ਵਾਲੇ ਬਣ ਜਾਂਦੇ ਆ, ਉਹਨਾਂ ਦੇ ਕੋਲ ਜਦੋਂ ਕੋਈ ਜਾਂਦਾ ਹੈ ਉਹਨੂੰ ਵੀ ਠੰਡ ਆਉਂਦੀ ਹੈ, ਉਹਨੂੰ ਵੀ ਕਦੇ ਸੇਕ ਨਹੀਂ ਲੱਗਦਾ। ਐਸੀਆਂ ਗੱਲਾਂ ਉਹ ਕਰਦੇ ਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਬਾਬਾ ਮਹਿਤਾ ਕਲਿਆਣ ਦਾਸ ਜੀ ਆਪਣੇ ਘਰ ਦੇ ਵਿੱਚ, ਔਰ ਮਾਤਾ ਤ੍ਰਿਪਤਾ ਜੀ ਵੀ ਘਰ ਦੇ ਅੰਦਰ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਘਰ ਦੇ ਵਿੱਚ। ਆਓ ਜਿਵੇਂ ਅਗਲੇਰਾ ਇਤਿਹਾਸ ਇਹ ਲੜੀ ਆਰੰਭ ਹੁੰਦੀ ਹੈ, ਸਭ ਸੰਗਤਾਂ ਆਪਾਂ ਸਰਵਣ ਕਰੀਏ ਜੀ। ਸਭ ਸੰਗਤਾਂ ਪਿਆਰ ਵਿੱਚ ਆਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਉ ਲੀਲਾ ਕੀਨੀ ਰਿਤ ਬਰਖਾ, ਤਿਉ ਮੈਂ ਕਹਿਓ ਸੁਨੋ ਸੋ ਹਰਖਾ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਕਹਿੰਦੇ ਜਿਵੇਂ ਰੱਬ ਨੇ ਲੀਲਾ ਕੀਤੀ ਹੋਵੇ, ਕੁਦਰਤ ਵਰਤਾਈ ਹੋਵੇ, ਤਪਦੀ ਧਰਤੀ ਹੋਵੇ ਤੇ ਬਰਖਾ ਹੋਣ ਲੱਗ ਪਵੇ ਨਾ ਤੇ ਠੰਡ ਪੈ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਿਆਰ ਭਰਿਆ ਇਤਿਹਾਸ ਹੈ। ਆਪ ਸੰਗਤਾਂ ਸਰਵਣ ਕਰੋ। ਏਕ ਦਿਵਸ ਕਾਲੂ ਲੈ ਅੰਕਾ, ਕਰ ਦੁਲਾਰ ਬਿਕ ਬਦਨ ਮਯੰਕਾ। ਘਰ ਦੇ ਵਿੱਚ ਬੈਠਿਆਂ ਬੈਠਿਆਂ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ, ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਬੜੇ ਪਿਆਰ ਤੇ ਚਾਅ ਦੇ ਨਾਲ ਲਾਡ ਲਡਾਇਆ ਹੈ। ਵਚਨ ਕਹਿਤ ਸੁਧ ਤੂੰ ਭਾਸਿਆਨਾ, ਆਪਣਾ ਕਰਤ ਕੋ ਸੰਗ ਬਨ ਜਾਣਾ। ਆਖਣ ਲੱਗੇ ਕਿ ਤੂੰ ਮੇਰਾ ਬਹੁਤ ਪਿਆਰਾ ਪੁੱਤਰ ਹੈ, ਸੋਝੀਵਾਨ ਹੈ, ਤੂੰ ਸਿਆਣਾ ਹੈ, ਬੜਾ ਅਕਲ ਦਾ ਧਨੀ ਹੈ, ਤੇ ਅੱਜ ਤੋਂ ਬਾਅਦ ਤੂੰ ਡੰਗਰ ਚਾਰਨ ਵਾਸਤੇ
ਗਊਆਂ ਚਾਰਨ ਵਾਸਤੇ ਜੰਗਲ ਦੇ ਵਿੱਚ ਨਹੀਂ ਜਾਣਾ। ਉਬੈ ਬ੍ਰਿਖਬ ਦਿਨ ਨਿਜ ਔਸ਼ਕ ਮਾਹੀ, ਲਿਓ ਨਿਕਾਸ ਤਰਨ ਜੋ ਆਹੀ। ਹੁਣ ਤੁਹਾਨੂੰ ਇੱਕ ਨਵਾਂ ਕੰਮ ਦਿੰਨੇ ਆ, ਆਪਣੇ ਨਿੱਜੀ ਕੰਮ ਕਰਿਆ ਕਰੋ। ਅੱਜ ਤੋਂ ਬਾਅਦ ਡੰਗਰ ਨਹੀਂ ਚਾਰਨੇ, ਖੇਤਾਂ ਦੇ ਵਿੱਚ ਜਾ ਕੇ ਤੇ ਵਾਹੀ ਕਰਨੀ ਹੈ। ਔਰ ਉਹ ਵਾਹੀ ਦੇ ਵਿੱਚ, ਖੇਤੀ ਦੇ ਵਿੱਚ ਜਿਹੜੇ ਤੁਹਾਡਾ ਸਹਿਯੋਗ ਕਰਨ, ਆਖਣ ਲੱਗੇ 2 ਜਵਾਨ ਲੈ ਲਓ। ਨਾ ਗੁਰ ਸੰਗ ਬਹੁਰ ਕਰ ਕਾਮਾ, ਬੀਸ ਸੁਲਿਹੋ ਸਵਾ ਮਨ ਧਾਮਾ। ਆਪਣੇ ਨਾਲ ਨੌਕਰ ਚਾਕਰ ਵੀ ਲੈ ਲਓ, ਸੇਵਕ ਵੀ ਲੈ ਲਓ, 2 ਚੰਗੇ ਬਲਦ ਲੈ ਲਓ ਜਿਹਦੇ ਨਾਲ ਪੈਲੀ ਵਾਹੀ ਜਾਵੇਗੀ। ਸਵਾ ਮਣ ਪੱਕਾ ਬੀਜ ਵੀ ਲੈ ਲਓ। ਜਾਏ ਰਹੀਏ ਕੇਤ ਨਿਰਾਲਾ, ਕਰੋ ਨੀਰ ਸੋ ਤੈ ਪ੍ਰਤਿਪਾਲਾ। ਬੜੇ ਸੋਹਣੇ ਤਰੀਕੇ ਦੇ ਨਾਲ, ਚੰਗੇ ਢੰਗ ਦੇ ਨਾਲ ਜਾ ਕੇ ਖੇਤੀ ਵਾਹੋ, ਪੈਲੀ ਪੁੱਟ ਦੋ, ਵਾਹ ਲਓ। ਔਰ ਉਦੋਂ ਬਾਅਦ ਉਹਦੇ ਵਿੱਚ ਬੀਜ ਪਾਉਣਾ ਹੈ। ਬੀਜ ਪਾ ਕੇ ਬਾਬਾ ਕਲਿਆਣ ਦਾਸ ਜੀ ਕਹਿੰਦੇ ਹੈ ਕਿ ਫਿਰ ਪਾਣੀ ਵੀ ਲਾਉਣਾ ਕਰੋ। ਮ੍ਰਿਗ ਪਸ਼ੂਨ ਕੇ ਹੋਏ ਰਖਵਾਰੇ, ਕ੍ਰਿਖ ਪਕਾਏ ਕੀਜੈ ਖਲਵਾਰੇ। ਇਸ ਤਰੀਕੇ ਦੇ ਨਾਲ ਕਹਿਣ ਲੱਗੇ ਤੁਸੀਂ ਬੀਜ ਬੀਜ ਕੇ, ਬੀਜੇ ਹੋਏ ਬੀਜ ਦੀ ਫਿਰ ਰਾਖੀ ਵੀ ਕਰਨੀ ਹੈ, ਬਹੁਤ ਜ਼ਰੂਰੀ ਹੈ। ਜੇ ਕੱਲੀ ਬੀਜ ਲਿਆ ਧਰਤੀ 'ਚ ਰਾਖੀ ਨਾ ਕੀਤੀ ਤੇ ਬਚੇਗਾ ਕੁਝ ਨਹੀਂ। ਹਿਰਨਾਂ ਤੋਂ ਤੁਸਾਂ ਨੇ ਆਪਣੀ ਫਸਲ ਨੂੰ ਬਚਾਉਣਾ ਹੈ, ਪਸ਼ੂਆਂ ਤੋਂ ਬਚਾਉਣਾ ਹੈ, ਡੰਗਰਾਂ ਤੋਂ ਬਚਾਉਣਾ ਹੈ, ਤਾਂ ਜੋ ਉਹ ਫਸਲ ਜਿਹੜੀ ਪੱਕ ਕੇ ਤਿਆਰ ਹੋ ਜਾਵੇ। ਤੇ ਜਦੋਂ ਪੱਕ ਕੇ ਤਿਆਰ ਹੋਵੇਗੀ ਉਹਨੂੰ ਖਲਵਾਰੇ ਤੇ ਲਾ ਦਿਓ। ਜੇ ਅਨਿਆਨੋ ਬਹੁ ਇੱਕ ਵਾਰੀ, ਰਖ ਦੇਵੋ ਕਾਮੇ ਦੁਇ ਚਾਰੀ। ਪਹਿਲੀ ਵਾਰੀ ਕਹਿਣ ਲੱਗੇ ਤੁਹਾਨੂੰ ਇੱਕ ਕਾਮਾ ਦੇਣਾ ਹੈ, ਜਿਹੜਾ ਨੌਕਰ ਇੱਕ ਹੋਵੇਗਾ ਤੁਹਾਡੇ ਨਾਲ। ਪਰ ਜੇ ਤੁਸੀਂ ਪਹਿਲੀ ਵਾਰੀ ਉਹ ਫਸਲ ਦੇ ਵਿੱਚੋਂ ਚੰਗੀ ਆਮਦਨ ਕਮਾ ਲਈ, ਚੰਗੀ ਫਸਲ ਪੈਦਾ ਹੋ ਗਈ, ਫਿਰ ਅਗਲੀ ਵਾਰ ਤੁਹਾਨੂੰ 2-4 ਕਾਮੇ ਹੋਰ ਦਿਆਂਗੇ। ਅਸਮਿਤ ਕੀ ਕ੍ਰਿਤ ਕਰੋ ਨਿਭਾਈ, ਅਟਟ ਹੋਏ ਸਭ ਕਿਛ ਕਰ ਮਾਹੀ। ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ ਆਪਣੀ ਕਿਰਤ ਕਮਾਈ ਕਰੋ ਅਟੁੱਟ। ਇਹਦੇ ਵਿੱਚ ਤੁਹਾਨੂੰ ਬਰਕਤ ਹੀ ਹੋਵੇਗੀ, ਇਹਦੇ ਵਿੱਚ ਕਦੇ ਟੋਟਾ ਨਹੀਂ ਆਵੇਗਾ। ਬਾਬਾ ਕਲਿਆਣ ਦਾਸ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਉਂਦੇ ਹਨ। ਸ਼੍ਰੀ ਨਾਨਕ ਸੁਨ ਕਰ ਪਿਤ ਬਾਣੀ, ਜੋ ਧਨ ਤ੍ਰਿਸ਼ਨਾ ਮੈਂ ਲਪਟਾਨੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਦੀ ਬਾਬਤ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਆਂਦੇ ਉਹ ਤ੍ਰਿਸ਼ਨਾ ਦੇ ਵਿੱਚ ਲਿਪਟੇ ਹੋਏ ਹੈ, ਭਾਵ ਕਿ ਮਾਇਆ ਦਾ ਰੰਗ ਉਹਨਾਂ ਨੂੰ ਚੜ੍ਹਿਆ ਹੋਇਆ ਹੈ, ਦੁਨਿਆਵੀ ਮਾਇਆ। ਕੇਵਲ ਮਾਇਆ ਦੀ ਖਾਤਰੀ ਉਹ ਸੋਚਦੇ ਹੈ, ਕਦੇ ਹੋਰ ਉਹਨਾਂ ਨੇ ਸੋਚਿਆ ਨਹੀਂ। ਸੁਨੋ ਪਿਤਾ ਜੀ ਆਏ ਸਜੈਸੀ, ਕਹੋ ਆਪੋ ਕਰਹੁ ਤੈਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਨੂੰ 7 ਬਚਨ ਕਹਿ ਦਿੱਤਾ। ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਿਤਾ ਜੀ ਮੈਂ ਆਹ ਕੰਮ ਨਹੀਂ ਕਰਨਾ, ਭਾਵੇਂ ਉਹ ਚੰਗਾ ਸੀ ਤੇ ਭਾਵੇਂ ਮਾੜਾ ਸੀ। ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਿਤਾ ਜੀ ਮੈਂ ਆਹ ਕੰਮ ਨਹੀਂ ਕਰਾਂਗਾ। ਇਸ ਕੰਮ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪਿਤਾ ਜੀ ਨੂੰ 7 ਬਚਨ ਆਖਿਆ ਹੈ। ਤਬ ਕਾਲੂ ਦੇ ਬੀਜ ਤੁਲਾਇਆ, ਇਕ ਕਾਮਾ ਸੁਤ ਸੰਗ ਰਲਾਇਆ। ਬੀਜ ਪਾ ਕੇ ਬੋਰੇ ਦੇ ਅੰਦਰ, ਥੈਲੀ ਦੇ ਵਿੱਚ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਕਾਮਾ ਦੇ ਕੇ ਤੇ ਘਰ ਦੇ ਵਿੱਚੋਂ ਤੋਰਿਆ ਹੈ। ਲਾਂਗਲ ਬੀਜ ਲਈ ਕਰ ਦੂ, ਵਾਹਣ ਗਏ ਭੂਮਿਕਾ ਸੋ। ਦੋਵੇਂ ਜਾਣੇ ਬਾਬਤ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦਾ ਕਾਮਾ ਬੀਜ ਲੈ ਕੇ ਖੇਤਾਂ ਵਿੱਚ ਚਲੇ ਗਏ। ਭਾਈ ਸਾਹਿਬ ਜੀ ਕਹਿਣ ਲੱਗੇ ਖੇਤੀ ਵਾਲੀ ਜਿਹੜੀ ਭੂਮੀ ਹੈ, ਉਹ ਜ਼ਮੀਨ ਹੈ, ਉਸ ਨੂੰ ਚੰਗੀ ਤਰ੍ਹਾਂ ਵਾਹੁਣ ਲੱਗੇ ਹਨ। ਕਹੂੰ ਕਹੂੰ ਕਟਿਓ ਸਿਆਰਾ, ਜਿਤੋ ਬੀਜ ਦੀਏ ਸਭ ਵਿਸਤਾਰਾ। ਜ਼ਮੀਨ ਨੂੰ ਬੜੇ ਸੋਹਣੇ ਢੰਗ ਦੇ ਨਾਲ ਵਾਹੁਣਾ ਕੀਤਾ, ਉਹਦੇ ਸਿਆੜ ਕੱਢੇ ਹੈ, ਫਿਰ ਉਹਦੇ ਵਿੱਚ ਜਿਹੜਾ ਬੀਜ ਲਿਆਂਦਾ ਉਹਦਾ ਛੱਟਾ ਦਿੱਤਾ ਹੈ। ਸਾਂਝ ਆਏ ਨਿਜ ਸਦਨਾ, ਕਾਲੂ ਪਰਫੁੱਲਤ ਪਿਖ ਬਦਨਾ। ਜਦੋਂ ਸਾਰਾ ਕੰਮ ਨਿਬੜ ਗਿਆ, ਉਧਰੋਂ ਸ਼ਾਮਾਂ ਦਾ ਸਮਾਂ ਹੋ ਗਿਆ, ਸੂਰਜ ਢਲ ਗਿਆ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਨਾਲ ਗਿਆ ਹੋਇਆ ਕਾਮਾ ਦੋਨੋਂ ਹੀ ਘਰ ਦੇ ਵਿੱਚ ਵਾਪਸ ਆ ਗਏ। ਸਭ ਕੁਝ ਵੇਖ ਕੇ ਬਾਬਾ ਕਾਲੂ ਜੀ ਬੜੇ ਪ੍ਰਸੰਨ ਹੁੰਦੇ ਹਨ। ਸ਼੍ਰੀ ਗੁਰ ਕਰ ਮੈਂ ਬਰਕਤ ਭਾਰੀ, ਕਿਹ ਮੈਂ ਸਕਤ ਸੁਕਰ ਉਚਾਰੀ। ਬਾਬਾ ਕਲਿਆਣ ਦਾਸ ਜੀ ਮਨ ਵਿੱਚ ਸੋਚਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਦੇ ਵਿੱਚ ਬੜੀ ਵੱਡੀ ਬਰਕਤ ਹੈ। ਐਵੇਂ ਨਹੀਂ ਲੋਕ ਸਾਰੇ ਕਹਿੰਦੇ। ਬਾਬਾ ਕਲਿਆਣ ਦਾਸ ਜੀ ਨੇ ਆਹ ਕੰਮ ਦੇਖ ਕੇ ਨਾ ਪਹਿਲੀ ਵਾਹੀ ਹੈ ਛੱਟਾ ਦੇ ਕੇ ਸ਼ਾਮਾਂ ਦੇ ਸਮੇਂ ਘਰ ਆ ਗਏ। ਕੰਮ ਨਿਬੜ ਗਿਆ ਤੇ ਮਨ ਹੀ ਮਨ ਸੋਚਦੇ ਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਹੱਥਾਂ ਦੇ ਵਿੱਚ ਬਹੁਤ ਵੱਡੀ ਬਰਕਤ ਹੈ। ਦਿਵਸ ਤੀਸਰੇ ਭੀ ਸਭ ਜਾਈ, ਜਨ ਅਵਨੀ ਨਿਜ ਅਨੰਦ ਜਨਾਈ। ਜਿਹੜੀ ਫਸਲ ਬੀਜੀ ਹੋਈ ਹੈ ਉਹ ਬਾਹਰ ਉਂਗਰ ਕੇ ਆ ਗਈ। ਤੀਸਰਾ ਦਿਨ ਹੋਇਆ ਤੇ ਭਾਈ ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕਿ ਜਿਵੇਂ ਇੱਕ ਪ੍ਰਿਥਵੀ ਆਨੰਦਮਈ ਭਾਵ ਖੁਸ਼ੀ ਦੇ ਵਿੱਚ ਹੁਲਾਰੇ ਮਾਰਦੀ ਹੈ। ਕਾਲੋ ਜਾਏ ਤਿਖੀ ਜਬ ਦੇਖੀ, ਸਗਨ ਉਗੀ ਭਾਮੋਦ ਵਿਸਕੀ। ਬਾਬਾ ਕਾਲੂ ਜੀ ਨੇ ਆਪਣੇ ਖੇਤਾਂ ਵਿੱਚ ਜਾ ਕੇ ਉਸ ਖੇਤੀ ਨੂੰ ਵੇਖਿਆ ਜਿਹਨੂੰ ਵਾਹੁਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੂੰ ਘੱਲਿਆ। ਕੀ ਵੇਖਦੇ ਆ ਕਿ ਉਹ ਖੇਤੀ ਬਹੁਤ ਸੰਘਣੀ ਉੱਗੀ ਹੋਈ ਹੈ, ਬਹੁਤ ਪਿਆਰੀ ਖੇਤੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਬੜੇ ਖੁਸ਼ ਹੋਏ ਹਨ। ਹੋਏ ਤਾਤ ਮਮ ਵਡ ਤ੍ਰਿਖ ਤਾਰਾ, ਦੇਵ ਬਸਾਈ ਇਕ ਗ੍ਰਾਮ ਨਿਰਾਰਾ। ਅਗਾਂਹ ਵਾਸਤੇ ਕੀ ਸੋਚਦੇ, ਕਹਿੰਦੇ ਆਪਣੇ ਪੁੱਤਰ ਨੂੰ ਵੱਡਾ ਕਿਸਾਨ ਬਣਾਵਾਂਗਾ ਤੇ ਮੇਰਾ ਪੁੱਤ ਬਹੁਤ ਵੱਡਾ ਕਿਸਾਨ ਬਣੇਗਾ। ਇਹਨੂੰ ਇੱਕ ਚੰਗਾ ਨਗਰ ਚੰਗਾ ਪਿੰਡ ਵਸਾ ਕੇ ਦਵਾਂਗਾ। ਇਕ ਜਾਵਨ ਧਨ ਅਨਿਕ ਵਿਦਨ ਸੋ, ਅਯੋ ਕਰਤ ਚਿਤਵਨ ਨਿਜ ਮਨ ਸੋ। ਆਪਣੇ ਮਨ ਦੇ ਅੰਦਰ ਹੀ ਕਈ ਚਿਤਵਣੀਆਂ ਭਾਵ ਆਪਣੇ ਮਨ ਦੇ ਹੁਲਾਰੇ ਹੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦੇ। ਸੋਚਦੇ ਕਹਿੰਦੇ ਕਿ ਇਹਨਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਖੇਤੀ ਕੀਤੀ ਹੈ, ਵਾਹੀ ਹੈ, ਉਹਦਾ ਫਲ ਸਾਹਮਣੇ ਖੇਤੀ ਉਗ ਪਈ ਔਰ ਇਹਨਾਂ ਤੋਂ ਧਨ ਬੜਾ ਪੈਦਾ ਹੋਵੇਗਾ। ਇਸੇ ਕਰਕੇ ਭਾਈ ਸਾਹਿਬ ਜੀ ਲਿਖਦੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਤ੍ਰਿਸ਼ਨਾ ਦੇ ਵਿੱਚ ਹੈ, ਮਾਇਆ ਦੇ ਵਿੱਚ ਲਿਪਟੇ ਹੋਏ ਹੈ। ਧਨ ਬਾਰੇ ਸੋਚਦੇ ਸਨ ਕਿ ਮੇਰਾ ਪੁੱਤਰ ਚੰਗਾ ਕੰਮ ਨਹੀਂ ਕਰਦਾ, ਧਨ ਨਹੀਂ ਕਮਾਉਂਦਾ। ਹੁਣ ਸੋਚਦੇ ਕਹਿੰਦੇ ਖੇਤੀ ਬਹੁਤ ਸੰਘਣੀ ਹੈ, ਚੰਗਾ ਕਿਸਾਨ ਬਣੇਗਾ, ਮੈਂ ਇੱਕ ਨਗਰ ਦੇ ਦੇਵਾਂਗਾ, ਇਹਨਾਂ ਨੂੰ ਵਸ ਜਾਵੇਗਾ ਔਰ ਉਹਦੇ ਨਾਲ ਕਹਿਣ ਲੱਗੇ ਚੰਗਾ ਧਨ ਚੰਗੀ ਮਾਇਆ ਪੈਦਾ ਹੋਵੇਗੀ। ਸ੍ਰੀ ਗੁਰੂ ਨਾਨਕ ਹਿਰਦੇ ਵਿਚਾਰੀ, ਤਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਸਤਿਗੁਰੂ ਜਦੋਂ ਵੇਖਦੇ ਆ ਨਾ ਇਹ ਸਾਰਾ ਕੁਝ ਕਿ ਮੇਰੇ ਪਿਤਾ ਦੀ ਹਾਲਤ ਤੇ ਕੁਝ ਹੋਰ ਹੀ ਤਰ੍ਹਾਂ ਦੀ ਬਣਦੀ ਜਾਂਦੀ ਹੈ। ਕੱਲਾ ਮਾਇਆ ਵਾਲੇ ਪਾਸੇ ਧਿਆਨ ਹੈ ਕਿ ਚੰਗਾ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਕਿਸਾਨ ਚੰਗਾ ਬਣਾਵਾਂ। ਇੱਕੋ ਹੀ ਗੱਲ ਹੈ ਕਿ ਚੰਗਾ ਧਨ ਮੇਰੇ ਘਰ ਦੇ ਵਿੱਚ ਆਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਪਿਤਾ ਨੂੰ ਤ੍ਰਿਸ਼ਨਾ ਦੇ ਵਿੱਚ ਵੇਖਦਿਆਂ ਵੱਧਦਿਆਂ ਹੋਇਆਂ ਆਪਣੇ ਮਨ ਹੀ ਮਨ ਵਿਚਾਰ ਕਰਦੇ ਹਨ। ਜਾਤੇ ਅਬ ਹੀ ਬਨਨ ਬੇਰੋ, ਤਨ ਖਟਣੇ ਕੋ ਮਿਟਵੈ ਚੇਰੋ। ਕਹਿੰਦੇ ਕਿਉਂ ਨਾ ਹੋਵੇ ਕਿ ਇਹ ਜਿਹੜਾ ਕੰਮ ਵੱਧਦਾ ਜਾਂਦਾ ਇਹਨੂੰ ਰੋਕ ਦਈਏ, ਇਹ ਝੰਜੜੀ ਮੁੱਕ ਜਾਵੇਗਾ ਤੇ ਜੇ ਹੁਣ ਨਾ ਰੋਕਿਆ ਤੇ ਫਿਰ ਇਹ ਕੰਮ ਸੂਤ ਨਹੀਂ ਆਵੇਗਾ। ਵੈਸੇ ਬਹੁਰ ਖੇਤ ਰਖਵਾਰੀ, ਬਰਜੈ ਕਿਸਨਾ ਚਰੈ ਪਸ਼ੂ ਭਾਰੀ। ਖੇਤ ਦੇ ਵਿੱਚ ਚਲੇ ਗਏ ਭਾਵ ਕਿ ਰਾਖੀ ਕਰਨ ਵਾਸਤੇ, ਕਿਉਂਕਿ ਪਿਤਾ ਨੇ ਆਖਿਆ ਸੀ ਜਿਹੜਾ ਬੀਜ ਪਾਇਆ ਹੈ ਉਹ ਜਦੋਂ ਉੱਗ ਜਾਵੇਗਾ ਉਹਦੀ ਰਾਖੀ ਵੀ ਕਰਨੀ ਹੈ, ਫਿਰ ਹੀ ਉਹ ਫਸਲ ਪੱਕ ਕੇ ਤਿਆਰ ਹੋਵੇਗੀ ਤੇ ਫਲ ਪ੍ਰਾਪਤ ਹੋ ਸਕਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਹੁਣ ਖੇਤਾਂ ਵਿੱਚ ਚਲੇ ਗਏ ਰਾਖੀ ਕਰਨ ਵਾਸਤੇ। ਭਾਈ ਸਾਹਿਬ ਜੀ ਲਿਖਦੇ ਬੈਠ ਤੇ ਗਏ ਆ ਉੱਥੇ ਰਾਖੀ ਕਰਨ ਵਾਸਤੇ, ਪਰ ਜੇ ਕੋਈ ਪਸ਼ੂ ਆਉਂਦਾ, ਜੇ ਕੋਈ ਡੰਗਰ ਆਉਂਦਾ ਤੇ ਉਹਨੂੰ ਡੱਕਦੇ ਨਹੀਂ ਹੈ, ਉਹਨੂੰ ਰੋਕਦੇ ਨਹੀਂ। ਇਹ ਗੱਲ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦੇ ਨਾਲ ਹੀ ਕੁਝ ਵਿਚਾਰਾਂ ਕਰਨੀਆਂ, ਗੱਲਾਂ ਕਰਨੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਖੇਤੀ ਦੇ ਲਾਗੇ ਆਪਣੀ ਜ਼ਮੀਨ ਦੇ ਲਾਗੇ ਬੈਠੇ ਹਨ। ਰਾਸ ਬੜਵਾ ਮ੍ਰਿਗ ਬ੍ਰਿੰਦਾ, ਚਰਤ ਖੇਤ ਲੈ ਬੈਸ ਆਨੰਦਾ। ਆਨੰਦ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਬੈਠੇ ਹੈ, ਕੋਈ ਮਨ ਦੇ ਵਿੱਚ ਗਿਲਾ ਸ਼ਿਕਵਾ ਕਿਸੇ ਪ੍ਰਕਾਰ ਦਾ ਨਹੀਂ, ਬੜੇ ਆਨੰਦ ਨਾਲ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਉੱਥੇ ਖੋਤੇ ਆਏ, ਉੱਥੇ ਘੋੜੇ ਆਏ
ਉੱਥੇ ਗਊਆਂ ਆਈਆਂ, ਹਿਰਨ ਆਏ, ਤੇ ਮਕਸਦ ਇੱਕੋ ਹੀ ਹੈ ਕਿ ਜਿਹੜੀ ਆ ਹਰੀ ਹਰੀ ਖੇਤੀ ਇਹਨੂੰ ਚਰ ਜਾਣਾ ਹੈ। ਤੇ ਰਾਖੀ ਕਰਨ ਵਾਲਾ ਹੀ ਰੋਕੇਗਾ, ਤੇ ਜੇ ਰਾਖੀ ਕਰਨ ਵਾਲਾ ਆਨੰਦ 'ਚ ਬੈਠਾ ਤੇ ਰੋਕਣਾ ਕਿੰਨੇ ਹੈ। ਭਾਈ ਸਾਹਿਬ ਜੀ ਕਹਿੰਦੇ ਉਹ ਡੰਗਰ, ਉਹ ਪਸ਼ੂ ਜਿਹੜੇ ਖੇਤ ਚਰਦੇ ਪਏ ਹੈ, ਇਧਰ ਦੀਨ ਦੁਨੀਆ ਦਾ ਮਾਲਕ ਗੁਰੂ ਨਾਨਕ ਸਾਹਿਬ ਬੜੇ ਆਨੰਦ ਦੇ ਨਾਲ ਬੈਠਾ ਹੈ। ਚੌਪਈ ਦਿਨ ਦੋ ਇਕ ਮੈਂ ਦੀਨ ਨਬੇਰੀ, ਇਕ ਨਾ ਬੂਟ ਜੈ ਸਕਨ ਕਜੇਰੀ। ਇੱਕ ਦਿਨ 2 ਦਿਨ ਕਹਿੰਦੇ ਇਦਾਂ ਹੀ ਲੰਘ ਗਏ। ਜਿਹੜੀ ਉਹ ਖੇਤੀ ਬਹੁਤ ਸੰਘਣੀ ਸੀ, ਘਣੀ ਸੀ, ਉਹ ਡੰਗਰਾਂ ਨੇ ਚਰ ਲਈ ਸਾਰੀ। 2 ਦਿਨਾਂ ਦੇ ਵਿੱਚ ਪਸ਼ੂਆਂ ਨੇ ਜਦੋਂ ਉਹ ਸਾਰੀ ਖੇਤੀ ਚਰ ਲਈ, ਹੁਣ ਉੱਥੇ ਕੋਈ ਵੀ ਦਾਣਾ ਨਹੀਂ ਲੱਭਦਾ। ਆਲੂ ਗਇਓ ਬਿਲੋਕਨ ਖੇਤੂ, ਟਿਕ ਬੈਠੇ ਬੇਦੀ ਕੁਲ ਕੇਤੂ। ਬਾਬਾ ਕਾਲੂ ਜੀ ਫਿਰ ਵੇਖਣ ਵਾਸਤੇ ਜਾਂਦੇ ਆ, ਪਹਿਲਾਂ ਵੀ ਗਏ ਸੀ ਤੇ ਹੁਣ ਵੀ ਵੇਖਣ ਵਾਸਤੇ ਗਏ। ਤੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਖੇਤੀ ਦੇ ਇੱਕ ਸਾਈਡ ਤੇ ਜ਼ਮੀਨ ਦੇ ਪਾਸੇ ਬੈਠਿਆਂ ਵੇਖਿਆ। ਸਿਰੈ ਕਿਦਾਰ ਮਦ ਪ੍ਰਸ਼ ਬ੍ਰਿੰਦਾ, ਕਿਸੈ ਨ ਵਰਜੈ ਆਨੰਦ ਕੰਦਾ। ਫਸਲ ਦੇ ਵਿੱਚ ਬਹੁਤ ਜ਼ਿਆਦੇ ਪਸ਼ੂ ਚਰਦੇ ਐ, ਡੰਗਰ ਖਾ ਰਹੇ ਸਨ ਫਸਲ ਨੂੰ, ਪਰ ਇਧਰ ਗੁਰੂ ਨਾਨਕ ਸਾਹਿਬ ਜੀ ਕਿਸੇ ਵੀ ਡੰਗਰ ਪਸ਼ੂ ਨੂੰ ਰੋਕਣ ਵਾਸਤੇ ਨਹੀਂ ਆਏ। ਅਸ ਬਿਜ ਦੇਖ ਕ੍ਰੋਧ ਭਾ ਕਾਲੂ, ਮੁਖ ਬੋਲਤ ਦੁਰਬਚਨ ਵਿਸਾਲੂ। ਬੜਾ ਕ੍ਰੋਧ ਆਇਆ ਬਾਬੇ ਕਾਲੂ ਨੂੰ, ਬਹੁਤ ਗੁੱਸਾ ਆਇਆ। ਮੈਂ ਤੈਨੂੰ ਕਿਹਾ ਸੀ ਵੀ ਖੇਤੀ ਚੰਗੀ ਹੋਵੇਗੀ, ਫਸਲ ਦਾ ਕੋਈ ਮੁੱਲ ਵਟਿਆ ਜਾਵੇਗਾ। ਇਹ ਸਾਰਾ ਦ੍ਰਿਸ਼ ਵੇਖਿਆ ਤੇ ਗੁੱਸਾ ਆ ਗਿਆ। ਭਾਈ ਸਾਹਿਬ ਜੀ ਕਹਿਣ ਲੱਗੇ, ਸਾਰਾ ਕੁਝ ਵੇਖ ਕੇ ਬਾਬੇ ਕਾਲੂ ਨੇ ਬੜੇ ਦੁਰਬਚਨ, ਜਿਹੜੇ ਮਾੜੇ ਬੋਲ ਹੁੰਦੇ ਐ, ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਬੋਲੇ ਹਨ। ਮੰਦ ਭਾਗ ਮੈਂ ਆਪਨ ਵਿਹਾਰਾ, ਤੂੰ ਸੁਤ ਜਨਮਿਓ ਸਦਨ ਉਜਾਰਾ। ਆਂਦੇ ਮੇਰੀ ਤੇ ਕਿਸਮਤ ਮਾੜੀ ਹੈ, ਬੁਰੀ ਕਿਸਮਤ, ਤੂੰ ਮੇਰੇ ਘਰ ਦੇ ਵਿੱਚ ਜੰਮ ਪਿਆ, ਤੂੰ ਮੇਰੇ ਘਰ ਨੂੰ ਵਧਾਉਣਾ ਨਹੀਂ, ਮੇਰੇ ਘਰ ਨੂੰ ਫਲਾਉਣਾ ਨਹੀਂ। ਭਾਈ ਸਾਹਿਬ ਜੀ ਕਹਿਣ ਲੱਗੇ, ਆਪਣੇ ਪੁੱਤਰ ਨੂੰ ਆਖਦੇ ਐ, ਤੂੰ ਮੇਰੇ ਘਰ ਨੂੰ ਉਜਾੜਨ ਵਾਸਤੇ ਜੰਮਿਆ ਹੈ। ਹਾਰ ਬਲਾ ਲਗ ਮੈਂ ਤੁਮ ਚਾਲੀ, ਵਸਤੂ ਕੋਈ ਕੇ ਆਲੇ ਖਾਲੀ। ਮੈਂ ਤੇ ਤੈਨੂੰ ਛੋਟੀ ਉਮਰ ਤੋਂ ਵੇਖਦਾ, ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਹੈ ਕਿ ਤੂੰ ਆ ਗਵਾਇਆ। ਮੈਂ ਤਾਂ ਤੈਨੂੰ ਛੋਟੀ ਉਮਰ ਤੋਂ ਵੇਖ ਰਿਹਾ, ਤੈਨੂੰ ਚੀਜ਼ ਕੋਈ ਦੇ ਕੇ ਘੱਲੀ ਦੀ ਹੈ, ਬਾਹਰ ਕੋਈ ਚੀਜ਼ ਦੇ ਕੇ ਘੱਲੀ ਦੀ ਹੈ। ਤੇ ਬਾਬਾ ਕਾਲੂ ਜੀ ਕਹਿਣ ਲੱਗੇ, ਉਹ ਲੋਕਾਂ ਨੂੰ ਖਵਾ ਕੇ, ਲੋਕਾਂ ਨੂੰ ਲੁਟਾ ਕੇ ਤੇ ਖਾਲੀ ਹੱਥ ਘਰ ਆਉਂਦਾ ਹੈ। ਉਚਿਤ ਕਮਾਵਨ ਆਪੀ ਬੈਸਾ, ਕਰਨ ਕੋ ਕਾਜ ਲਗੇ ਪੁਨ ਐਸਾ। ਆਂਦੇ ਤੂੰ ਆਪਣੀ ਉਮਰ ਵੱਲ ਵੇਖ, ਤੂੰ ਜਵਾਨ ਹੋ ਗਿਆ, ਤੇਰੇ ਵਰਗੇ ਕਿੰਨੇ ਮੁੰਡੇ ਆ ਜਿਹੜੇ ਚੰਗੇ ਚੰਗੇ ਕੰਮਾਂ ਤੇ ਲੱਗੇ ਆ, ਕਮਾਉਂਦੇ ਆ ਸਾਰੇ, ਤੇ ਤੂੰ ਵੀ ਦੇਖ ਤੇਰੀ ਕਮਾਉਣ ਵਾਲੀ ਉਮਰ ਹੈ, ਪਰ ਤੂੰ ਤੇ ਹੋਰ ਹੀ ਭੈੜੇ ਕੰਮਾਂ ਦੇ ਵਿੱਚ ਲੱਗਾ ਹੋਇਆ, ਤੈਨੂੰ ਤੇ ਕੋਈ ਸੁੱਝਦਾ ਹੀ ਨਹੀਂ ਕਿ ਚੰਗਾ ਕੰਮ ਵੀ ਕਰਾਂ। ਐਸੇ ਬਚਨ ਬਾਬੇ ਕਾਲੂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਖੇ ਹਨ। ਮੁਝ ਪਸਚਾਤ ਖਾਹੇ ਕ੍ਰਿਤ ਕਰ ਕੋ, ਰਲੇ ਫਕੀਰਨ ਸੋ ਤਜ ਕਰ ਕੋ। ਇੱਕ ਸੰਸਾਰਕ ਪਿਤਾ ਦੀ ਸੋਚ ਹੈ, ਇਹ ਨਹੀਂ ਸੀ ਪਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਕਰਕੇ ਕਈ ਭੁੱਖਿਆਂ ਨੇ ਤਰ ਜਾਣਾ ਹੈ, ਪਤਾ ਨਹੀਂ ਸੀ। ਪਰ ਬਾਬਾ ਕਾਲੂ ਜੀ ਵੇਖਦੇ ਆ ਕਿ ਇਹ ਮੇਰਾ ਸੰਸਾਰਕ ਪੁੱਤਰ ਹੈ, ਜਵਾਨ ਹੋ ਗਿਆ, ਕਿਸੇ ਕੰਮ ਤੇ ਨਹੀਂ ਲੱਗਾ, ਤੇ ਲਾਮਾ ਕੀ ਦਿੱਤਾ। ਆਂਦੇ ਜਦੋਂ ਮੈਂ ਗੁਜ਼ਰ ਗਿਆ, ਮੈਂ ਚਲਾ ਗਿਆ, ਤੇ ਮੇਰੇ ਤੋਂ ਬਾਅਦ ਕੀ ਖਾਵੇਂਗਾ। ਇਹੀ ਹੁੰਦਾ ਹੈ ਨਾ ਕਿ ਮੇਰੇ ਜਿਉਂਦਿਆਂ ਜੀ ਮੇਰਾ ਪੁੱਤ ਕਿਸੇ ਚੰਗੇ ਕੰਮ ਤੇ ਲੱਗ ਜੇ, ਇਹਨੂੰ ਕਮਾਈ ਤੇ ਲਾ ਦੇਵਾਂ, ਸਾਧਨ ਬਣ ਜਾਵੇਗਾ, ਪਰਿਵਾਰ ਚੱਲਦਾ ਰਹੇਗਾ। ਕਿਉਂਕਿ ਅੱਜ ਤੇ ਮੇਰੀ ਕਮਾਈ ਦੇ ਨਾਲ ਪਰਿਵਾਰ ਪਲਦਾ ਹੈ, ਤੇ ਜੇ ਕੱਲ ਨੂੰ ਰੱਬ ਨੇ ਸਾਹ ਖਿੱਚ ਲੈ ਨਾ ਰਿਹਾ ਤੇ ਮੇਰੇ ਤੋਂ ਬਾਅਦ ਇਹ ਪਰਿਵਾਰ ਦਾ ਕੀ ਬਣੇਗਾ। ਕਿਉਂਕਿ ਵੱਡਾ ਤੇ ਪੁੱਤ ਮੇਰਾ ਇਹੀ ਹੈ, ਇਹਨੂੰ ਕੰਮ ਤੇ ਲਾਵਾਂ। ਤੇ ਕੱਲੇ ਕੱਲੇ ਸਨ ਗੁਰੂ ਨਾਨਕ ਸਾਹਿਬ ਜੀ। ਤੇ ਬਾਬੇ ਕਾਲੂ ਨੇ ਬੜੇ ਗੁੱਸੇ ਦੇ ਨਾਲ ਆਖਿਆ, ਆਂਦੇ ਮੇਰੇ ਤੋਂ ਪਿੱਛੋਂ, ਮੇਰੇ ਤੋਂ ਬਾਅਦ ਤੂੰ ਕਿਹੜੀ ਕਿਰਤ ਕਰੇਗਾ ਤੇ ਪਰਿਵਾਰ ਦਾ ਗੁਜ਼ਾਰਾ ਚੱਲੇਗਾ। ਫਿਰ ਤੇ ਆਂਦੇ ਇਸ ਤਰ੍ਹਾਂ ਹੀ ਹੋਵੇਗਾ, ਜਿਹੜੇ ਤੇਰੇ ਹਾਲਾਤ ਹੈ, ਤੂੰ ਘਰ-ਬਾਰ ਛੱਡ ਕੇ ਕਿਸੇ ਫਕੀਰਾਂ ਦੇ ਨਾਲ ਰਲ ਜਾਵੇਂਗਾ। ਹੇਰ ਹੇਰ ਕਹਿ ਵਾਕ ਕਠੋਰਾ, ਲਖ ਕੋ ਚਾਲ ਕੋ ਰੋਸ ਨ ਥੋਰਾ। ਜਦੋਂ ਬਾਬੇ ਕਾਲੂ ਨੇ ਇਹ ਗੱਲਾਂ ਕਹੀਆਂ, ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਰੋਸ ਨਹੀਂ, ਕੋਈ ਉਹਨਾਂ ਨੂੰ ਗਿਲਾ ਨਹੀਂ, ਕੋਈ ਉਹਨਾਂ ਨੂੰ ਸ਼ਿਕਵਾ ਨਹੀਂ ਕਿ ਮੇਰੇ ਪਿਤਾ ਨੇ ਇਹੋ ਜਿਹੇ ਦੁਰਬਚਨ ਆਖੇ।
ਕਿ ਇਹੋ ਜਿਹੇ ਬੋਲ ਮੇਰੇ ਪਿਤਾ ਅੱਗੋਂ ਬੋਲਦੇ, ਪਰ ਕੋਈ ਗੁੱਸਾ ਨਹੀਂ ਕੀਤਾ। ਤੇ ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਦੇ ਹਨ। ਤੁਝ ਜਨਮੇ ਤੇ ਕੋ ਗੁਣ ਮੋਈ, ਜਾਤੇ ਭਲੋ ਰਹਿਤ ਮੈਂ ਜੋਈ। ਬਾਬਾ ਕਾਲੂ ਜੀ ਕਹਿਣ ਲੱਗੇ, ਤੇਰੇ ਜੰਮਣ ਖਣੋ ਕੀ ਥੋੜਿਆ, ਤੂੰ ਨਾ ਹੀ ਜੰਮਦਾ ਚੰਗਾ ਸੀ, ਤੂੰ ਨਾ ਜੰਮਦਾ ਚੰਗਾ ਸੀ ਘਰ ਦੇ ਅੰਦਰ, ਕੋਈ ਇਸ ਤਰ੍ਹਾਂ ਦਾ ਦੁੱਖ ਤਾਂ ਨਾ ਮੈਨੂੰ ਪਹੁੰਚਦਾ। ਪਰ ਜੋ ਕੁਝ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਕਾਲੂ ਦੇ ਘਰ ਦਿੱਤਾ ਨਾ, ਅੱਜ ਬਾਬੇ ਕਾਲੂ ਦਾ ਨਾਂ ਨਹੀਂ ਸੀ ਹੋਣਾ, ਸੱਚ ਜਾਣੇ। ਬੜੇ ਉਸ ਵੇਲੇ ਹਮ ਉਮਰ ਹੋਣਗੇ, ਬੜੇ ਲੋਕ ਆਏ ਉਸ ਉਮਰ ਦੇ ਵਿੱਚ, ਪਰ ਜੋ ਵਡਿਆਈ ਬਾਬੇ ਕਾਲੂ ਨੂੰ ਪ੍ਰਾਪਤ ਹੈ ਉਹਨਾਂ ਲੋਕਾਂ ਨੂੰ ਪ੍ਰਾਪਤ ਨਹੀਂ ਹੈ। ਬੜੇ ਹੋਰ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਦੇ ਨੌਜਵਾਨ ਹੋਣਗੇ, ਉਹਨਾਂ ਦੇ ਅਗਾਂਹ ਪਿਤਾ ਜੀ ਵੀ ਹੈ, ਜਾਂ ਲੋਕਾਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਹੈ, ਨਾ ਉਹਨਾਂ ਬੰਦਿਆਂ ਦੀ, ਉਹਨਾਂ ਮੁੰਡਿਆਂ ਦੀ ਕੋਈ ਸਿਫਤ ਹੈ, ਤੇ ਨਾ ਹੀ ਉਹਨਾਂ ਦੇ ਪਿਤਾ ਦੀ ਕੋਈ ਵਡਿਆਈ ਕਰਦਾ ਹੈ। ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ, ਤੇ ਇਹ ਕਹਿ ਦੇਵਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਦਾ ਘਰ ਵੀ ਅਸੀਂ ਕਹਿ ਦਿੰਦੇ ਹਾਂ ਭਰਿਆ ਹੋਇਆ ਹੈ, ਖਾਲੀ ਨਹੀਂ, ਭਰਿਆ ਹੋਇਆ ਹੈ। ਉਹ ਕੁੱਖ ਨੂੰ ਵੀ ਅਸੀਂ ਕਹਿੰਦੇ ਉਹ ਸਫਲੀ ਹੈ, ਮਾਤਾ ਤ੍ਰਿਪਤਾ ਜੀ ਦੀ। ਅਸੀਂ ਕਹਿੰਦੇ ਉਹ ਕੁੱਖ ਵੀ ਸਫਲੀ ਹੈ, ਜਿਸ ਕੁੱਖ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਪੈਦਾ ਹੋਈ ਹੈ। ਕਿੰਨੀ ਭਗਤੀ ਹੋਵੇਗੀ, ਬਾਬੇ ਕਾਲੂ ਦੀ ਕਿੰਨੀ ਭਗਤੀ ਸੀ, ਮਾਤਾ ਤ੍ਰਿਪਤਾ ਦੀ ਕਿੰਨੀ ਭਗਤੀ ਹੈ, ਕਿ ਨਿਰੰਕਾਰ ਅਕਾਲ ਪੁਰਖ ਆਪ ਉਹਨਾਂ ਦੇ ਘਰ ਆਇਆ, ਕਿੰਨਾ ਉਹਨਾਂ ਦੀ ਜਨਮ ਦੀ ਤਪੱਸਿਆ ਹੋਵੇਗੀ। ਪਰ ਬਾਬਾ ਕਾਲੂ ਉਸ ਵੇਲੇ ਬੜੇ ਗੁੱਸੇ ਦੇ ਵਿੱਚ ਆਂਦੇ ਵੀ ਤੂੰ ਨਾ ਹੀ ਜੰਮਦਾ, ਤੇਰੇ ਜੰਮਣ ਖਣੋ ਕੀ ਥੋੜੇ ਹੈ, ਤੂੰ ਨਾ ਹੁੰਦਾ ਤਾਂ ਵੀ ਚੰਗਾ ਸੀ। ਇਕ ਸਪੂਤ ਬਹੁ ਦਰਪ ਕਮਾਵੇ, ਤੂੰ ਅਸ ਪਾਜੋ ਬਾਤ ਗਵਾਵੇ। ਇੱਕ ਪੁੱਤਰ ਉਹ ਹੁੰਦੇ ਆ ਜਿਹੜੇ ਬਹੁਤ ਧਨ ਕਮਾਉਂਦੇ ਆ, ਕਮਾਈ ਕਰਦੇ, ਕਿਰਤ ਕਰਦੇ ਆ, ਪਰ ਤੂੰ ਤੇ ਐਸਾ ਵਿਅਰਥ ਹੈ। ਆਂਦੇ ਜੋ ਤੈਨੂੰ ਦਿੱਤਾ ਤੂੰ ਉਹ ਵੀ ਗਵਾ ਦਿੱਤਾ, ਜੋ ਤੈਨੂੰ ਇੱਕ ਤੇ ਉਹ ਜਿਹੜੇ ਕਮਾ ਕੇ ਲਿਆਉਂਦੇ ਆ, ਪਰ ਕਹਿੰਦੇ ਜੋ ਤੈਨੂੰ ਦਿੰਦੇ ਆ ਉਹ ਵੀ ਗਵਾ ਕੇ ਤੂੰ ਆ ਜਾਂਦਾ, ਤੂੰ ਤੇ ਨਾ ਜੰਮਦਾ। ਫਿਰ ਉਹਨਾਂ ਆਖਿਆ ਤੂੰ ਨਾ ਜੰਮਦਾ, ਤੇਰੇ ਜੁੰਮਣ ਖਣੋ ਕੀ ਥੋੜਿਆ ਹੈ। ਜਾਏ ਨਗਰ ਪੁਨ ਤਿਜ ਬਰ ਸਦਨਾ, ਉਪਲੰਬ ਕੇ ਕਹਿ ਬਚ ਬਦਨਾ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਆਪਣੇ ਨਗਰ ਘਰ ਵਾਪਸ ਚਲੇ ਗਏ, ਔਰ ਉੱਥੇ ਜਾ ਕੇ ਇੱਕ ਬ੍ਰਾਹਮਣ ਨੂੰ ਮਿਲੇ, ਜਿਸ ਤੋਂ ਵਿਦਿਆ ਵੀ ਪ੍ਰਾਪਤ ਕੀਤੀ, ਔਰ ਉਹਨੂੰ ਜਾ ਕੇ ਉਲਾਮਾ ਦਿੱਤਾ। ਆਂਦੇ ਤੁਸੀਂ ਮੁੱਖ ਤੋਂ ਭਾਵ ਆਪਣੀ ਜ਼ਬਾਨ ਤੋਂ ਝੂਠ ਬੋਲਦੇ ਜੇ। ਵੇਦ ਪੁਰਾਨ ਸਭੇ ਤੁਮ ਝੂਠੇ, ਸੂਦੇ ਕਹੋ ਹੋਤ ਹੈ ਪੁੱਠੇ। ਤੁਹਾਡੇ ਜਿੰਨੇ ਵੀ ਵੇਦ ਹੈ, ਜਿੰਨੇ ਵੀ ਪੁਰਾਣ ਭਾਵ ਧਾਰਮਿਕ ਗ੍ਰੰਥ, ਇਹ ਸਾਰੇ ਝੂਠ ਹੀ ਬੋਲਦੇ ਹੈ। ਅਸੀਂ ਸਿੱਧਾ ਕੰਮ ਕਰਨ ਦਾ ਯਤਨ ਕਰਦੇ, ਉਹ ਪੁੱਠਾ ਪੈ ਜਾਂਦਾ। ਆਪ ਕਹਿੰਦੇ ਬ੍ਰਾਹਮਣ ਦੇ ਨਾਲ ਗੱਲਾਂ, ਆਂਦੇ ਤੁਹਾਡੇ ਧਾਰਮਿਕ ਗ੍ਰੰਥ, ਵੇਦ ਪੁਰਾਣ, ਇਹ ਜਿੰਨੇ ਸਾਰੇ ਝੂਠ ਹੀ ਬੋਲਦੇ ਹੈ। ਅਸੀਂ ਤੇ ਆਪਣੇ ਘਰ ਦੇ ਵਿੱਚ ਉਹਨਾਂ ਦੇ ਪ੍ਰਥਾਏ ਜੋ ਗੱਲਾਂ ਕਰਦੇ ਉਹ ਕਮਾਉਨੇ ਆ, ਔਰ ਅਸੀਂ ਚੰਗਾ ਕੰਮ ਕਰਨ ਦਾ ਯਤਨ ਕਰਦੇ ਹਾਂ, ਪਰ ਉਹ ਸਾਡਾ ਪੁੱਠਾ ਪੈਂਦਾ ਹੈ। ਕਿਦੋਂ ਨਾ ਤੁਮ ਤੇ ਜਾਤ ਵਿਚਾਰੇ, ਕਿਦੋਂ ਹਰ ਹਿਤ ਪਾਜ ਉਚਾਰੇ। ਆਂਦੇ ਤੁਸੀਂ ਜਾਂ ਤੇ ਉਹਨਾਂ ਨੂੰ ਪੜ੍ਹਾਇਆ ਨਹੀਂ, ਤੁਹਾਡੇ ਤੋਂ ਪੜ੍ਹੇ ਨਹੀਂ ਹੈ, ਤੇ ਜਾਂ ਫਿਰ ਤੁਸੀਂ ਝੂਠ ਬੋਲਦੇ ਜੇ। ਬਨੀ ਸ਼ਤਰ ਕੀ ਦੀਨ ਵਡਾਈ, ਪੂਰਵ ਅਸਵਰ ਜਾਸ ਕਟਾਈ। ਕਿਉਂਕਿ ਤੁਸਾਂ ਨਹੀਂ ਆਖਿਆ ਸੀ ਗੁਰੂ ਨਾਨਕ ਸਾਹਿਬ ਜੀ ਦੀ ਬਾਬਤ, ਕਿਉਂਕਿ ਜਿਹੜੇ ਉਸਤਾਦਾਂ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਪੜ੍ਹਨ ਵਾਸਤੇ ਗਏ, ਸੁਭਾਵਿਕ ਸੀ ਕਿ ਉਹਨਾਂ ਦੀ ਲਾਇਕਤਾ ਵੇਖ ਕੇ, ਉਹਨਾਂ ਦੀ ਵਿਦਿਆ ਨੂੰ ਵੇਖ ਕੇ, ਉਹਨਾਂ ਦੀ ਵਡਿਆਈ ਬਹੁਤ ਜ਼ਿਆਦਾ ਉਹਨਾਂ ਕੀਤੀ ਹੈ। ਚਾਹੇ ਉਹ ਸੰਸਕ੍ਰਿਤ ਦੇ ਅਧਿਆਪਕ, ਚਾਹੇ ਹਿੰਦੀ, ਚਾਹੇ ਉਹ ਉਰਦੂ ਦੇ ਸਨ, ਫਾਰਸੀ ਦੇ ਸਨ, ਕਿਸੇ ਦੇ ਕੋਲ ਵੀ ਗਏ ਹੈ ਨਾ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਉਹਨਾਂ ਦੇ ਅਧਿਆਪਕਾਂ ਨੇ ਕੀਤੀ ਹੈ, ਉਹਨਾਂ ਦੇ ਟੀਚਰਾਂ ਉਸਤਾਦਾਂ ਨੇ ਕੀਤੀ ਹੈ। ਬਾਬਾ ਕਾਲੂ ਜੀ ਉਹਨਾਂ ਉਸਤਾਦਾਂ ਨੂੰ, ਬ੍ਰਾਹਮਣ ਨੂੰ ਮਿਲ ਕੇ ਆਖਦੇ ਹੈ, ਆਂਦੇ ਤੁਸੀਂ ਤੇ ਕਹਿੰਦੇ ਸੀ ਕਿ ਮੇਰੇ ਪੁੱਤਰ ਦੇ ਸਿਰ ਤੇ ਛਤਰ ਝੁੱਲੇਗਾ, ਛਤਰ ਝੁੱਲੇਗਾ, ਭਾਵ ਤੁਸਾਂ ਨੇ ਬਹੁਤ ਜ਼ਿਆਦਾ ਵਡਿਆਈ ਕੀਤੀ ਹੈ। ਅਬ ਬੀਜਿਓ ਸਭ ਖੇਤ ਨਿਪਾਤੂ, ਪਸ਼ੂ ਚਰਵਾਏ ਨ ਕੀਨੀ ਤਰਾਤੂ।
ਪਰ ਕਹਿੰਦੇ ਉਹਨੇ ਤੇ ਪਹਿਲਾ ਧਨ ਵੀ ਗਵਾ ਲਿਆ। ਉਹਨੂੰ ਖੇਤੀ ਬੀਜਣ ਵਾਸਤੇ ਬੀਜ ਦੇ ਕੇ ਘੱਲਿਆ, ਬੀਜ ਜ਼ਰੂਰ ਦਿੱਤਾ ਹੈ, ਖੇਤੀ ਉੱਗ ਵੀ ਗਈ ਹੈ, ਬ੍ਰਾਹਮਣ ਨੂੰ ਕਹਿੰਦੇ ਆ, ਪਰ ਆਪ ਕਹਿੰਦੇ ਪਸ਼ੂ ਛੱਡ ਕੇ ਉਸ ਖੇਤੀ ਦਾ ਨਾਸ਼ ਕਰਵਾ ਦਿੱਤਾ। ਇਹ ਤੁਹਾਡੀ ਪੜ੍ਹਾਈ ਦਾ ਅਸਰ ਹੈ। ਜਬ ਕੋ ਜਨਮਿਓ ਇਨ ਸੁਧ ਲੀਨੀ ਤਨ ਖਟਨ ਕੀ ਕ੍ਰਿਤ ਨਾ ਕੀਨੀ। ਜਦੋਂ ਦੇ ਕਹਿੰਦੇ ਇਹ ਸਾਡੇ ਘਰ ਦੇ ਵਿੱਚ ਜੰਮੇ ਆ, ਮੈਂ ਤੇ ਇਸੇ ਤਰ੍ਹਾਂ ਵਿਹਲਾ ਦੇਖਿਆ, ਇਹਨਾਂ ਦਾ ਕੋਈ ਧਿਆਨ ਨਹੀਂ ਹੈ ਕਿ ਮੈਂ ਕੋਈ ਚੰਗੇ ਕੰਮ ਤੇ ਲੱਗਾ ਜਾਂ ਕੋਈ ਧਨ ਦੀ ਕਮਾਈ ਵੀ ਕਰਾਂ। ਹੋਇਓ ਸੰਚਿਓ ਪੂਰਬ ਮੇਰੋ ਦਾਤੇ ਬਿਖੁਲ ਭਇਓ ਬਚ ਤੇਰੋ। ਜਿੰਨਾ ਵੀ ਕਹਿੰਦੇ ਮੇਰਾ ਪਿਛਲਾ ਕਮਾਇਆ ਹੋਇਆ ਧਨ ਹੈ, ਇਹ ਦੁਨਿਆਵੀ ਧਨ ਹੈ ਸਾਧ ਸੰਗਤ। ਜਿੰਨਾ ਵੀ ਇਹ ਮੇਰਾ ਪਿਛਲਾ ਕਮਾਇਆ ਇਕੱਠਾ ਕੀਤਾ ਧਨ ਹੈ, ਉਹ ਸਾਰਾ ਹੀ ਗਵਾ ਦਿੱਤਾ। ਆਂਦੇ ਇਸ ਕਰਕੇ ਮੈਂ ਕਹਿ ਰਿਹਾ, ਤੁਸੀਂ ਕਹਿੰਦੇ ਸੀ ਉਹਦੇ ਸਿਰ ਤੇ ਛਤਰ ਝੁੱਲੇਗਾ। ਹੁਣ ਇਹ ਛਤਰ ਉਹ ਨਹੀਂ ਦੇਖ ਰਿਹਾ ਵੀ ਜਿਹੜਾ ਛਤਰ ਝੁੱਲਦਾ ਪਿਆ। ਉਹ ਚਾਹੁੰਦੇ ਹੋਣਗੇ ਕਿ ਇਸ ਤਲਵੰਡੀ ਦਾ ਮਾਲਕ ਬਣ ਜਾਏਗਾ, ਰਾਜਾ ਬਣ ਜਾਏਗਾ, ਬਾਦਸ਼ਾਹ ਬਣ ਜੇ। ਉਹ ਬਾਹਰੀ ਤੌਰ ਤੇ ਛਤਰ ਦੀ ਗੱਲ ਕਰਦੇ ਆ। ਆਂਦੇ ਮੈਂ ਤਾਂ ਤੁਹਾਨੂੰ ਕਹਿ ਰਿਹਾ, ਤੁਸੀਂ ਕਹਿੰਦੇ ਸੀ ਕਿ ਉਹਦੇ ਸਿਰ ਤੇ ਛਤਰ ਝੁੱਲੇਗਾ, ਪਰ ਉਹਨੇ ਤੇ ਕੋਈ ਧਨ ਨਹੀਂ ਕਮਾਇਆ, ਜੋ ਦਿੱਤਾ ਉਹ ਵੀ ਗਵਾ ਲਿਆ। ਇਸ ਕਰਕੇ ਮੈਂ ਕਹਿੰਦਾ ਹਾਂ ਤੁਹਾਡੇ ਸਾਰੇ ਬਚਨ ਵਿਅਰਥ ਗਏ ਹਨ। ਬੋਲਿਓ ਬਚਨ ਵਿਪਰ ਪਰ ਬਿਨਾ ਜੇ ਮਨ ਸ਼੍ਰੀ ਨਾਨਕ ਜਸ ਲੀਨਾ। ਫਿਰ ਉਸ ਬ੍ਰਾਹਮਣ ਨੇ ਆਖਿਆ, ਆਂਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਤੇ ਉਹਨਾਂ ਦੀ ਵਡਿਆਈ ਹੈ। ਸੁਨ ਕਾਲੋ ਤੋ ਮੂਲੋ ਭੂਲਾ ਸੁਤ ਸੁਸ਼ੀਲ ਤੇ ਨਿਤ ਪ੍ਰਤਿਕੂਲਾ। ਆਂਦੇ ਜਦੋਂ ਮੈਂ ਪੜ੍ਹਾ ਰਿਹਾ ਸੀ ਉਹਨਾਂ ਨੂੰ, ਉਹਨਾਂ ਦੀ ਵਡਿਆਈ ਦੇਖੋ, ਮੈਂ ਇੱਕ ਵੀ ਬਚਨ ਨਹੀਂ ਸਿਖਾਇਆ ਉਹਨਾਂ ਨੂੰ। ਭਾਈ ਸਾਹਿਬ ਜੀ ਲਿਖਦੇ, ਬ੍ਰਾਹਮਣ ਨੇ ਜਵਾਬ ਦਿੱਤਾ ਕਿ ਮੈਂ ਇੱਕ ਵੀ ਬਚਨ ਉਹਨਾਂ ਨੂੰ ਸਿਖਾਇਆ ਨਹੀਂ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਏਡਾ ਵੱਡਾ, ਏਡੀ ਵਡਿਆਈ ਤੇ ਏਡੇ ਲਾਇਕ ਹੈ, ਜਿੰਨੀ ਭਗਵਤ ਗੀਤਾ ਹੈ ਨਾ, ਉਹ ਸਾਰੀ ਉਹਨਾਂ ਨੇ ਜ਼ੁਬਾਨੀ ਯਾਦ ਕਰ ਲਈ। ਬਾਰ ਬਾਰ ਮੈਂ ਤੁਝ ਸਮਝਾਇਓ ਜਗਤ ਉਦਾਹਰਨ ਹਿਤ ਇਹ ਆਇਓ। ਬ੍ਰਾਹਮਣ ਕਹਿੰਦਾ ਮੈਂ ਵਾਰ-ਵਾਰ ਤੁਹਾਨੂੰ ਸਮਝਾਉਂਦਾ ਹਾਂ, ਬਾਰ-ਬਾਰ ਮੈਂ ਚੇਤੇ ਕਰਵਾਉਣਾ ਕਿ ਗੁਰੂ ਨਾਨਕ ਆਮ ਨਹੀਂ ਹੈ। ਬਾਰ-ਬਾਰ ਤੁਹਾਨੂੰ ਦੱਸਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਦਾ ਕਲਿਆਣ ਕਰਨ ਵਾਸਤੇ, ਦੁਨੀਆ ਨੂੰ ਤਾਰਨ ਵਾਸਤੇ, ਜਗਤ ਦਾ ਉਧਾਰ ਕਰਨ ਵਾਸਤੇ ਆਏ ਹਨ। ਭਗਵਤ ਗੀਤਾ ਸਾਰ ਵਿਚਾਰਾ ਕਰੇ ਪੜੇ ਬਿਨ ਸ਼ਬਦ ਉਚਾਰਾ। ਆਂਦੇ ਇੱਕ ਵੀ ਸ਼ਬਦ ਪੜਨ ਤੋਂ ਬਗੈਰ ਉਹ ਸਾਰੀ ਗੀਤਾ ਜਾਣਦੇ ਤੇ ਸਾਰੀ ਦਾ ਉਚਾਰਨ ਕਰਦੇ ਹਨ। ਮੌਕੇ ਸੁਭ ਦਿਨੋ ਗਿਆਨ ਜੇ ਬਚ ਸੁਨ ਮਮ ਮਨ ਟਹਿਰਾਨਾ। ਜਦੋਂ ਮੇਰੀ ਉਹਦੇ ਨਾਲ ਵਿਚਾਰ ਹੋਈ ਜਾਂ ਸੰਵਾਦ ਹੋਇਆ, ਗੋਸ਼ਟੀ ਹੋਈ, ਤੇ ਜਿਹੜੇ ਬਚਨ ਉਹਨੇ ਮੈਨੂੰ ਦਿੱਤੇ ਮੈਂ ਆਪਣੇ ਮਨ 'ਚ ਕਮਾ ਲਏ। ਇਸੇ ਕਰਕੇ ਅੱਜ ਮੇਰਾ ਮਨ ਬਹੁਤ ਠਹਿਰਾ ਦੇ ਵਿੱਚ, ਸ਼ਾਂਤੀ ਦੇ ਵਿੱਚ। ਸੱਚ ਜਾਣਿਓ ਸਾਧ ਸੰਗਤ, ਜਿਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਮਨ ਰੱਖ ਦਿੱਤਾ ਨਾ, ਉਹਦਾ ਮਨ ਟਿਕਾ ਦੇ ਵਿੱਚ ਆ ਜਾਂਦਾ ਜੀ। ਜਿਹੜਾ ਬਾਹਰੀ ਤੌਰ ਤੇ ਹੱਥ ਜੋੜਦਾ, ਮਨ ਨਹੀਂ ਟਿਕਾਉਣ ਦੇ ਵਿੱਚ ਆਉਂਦਾ। ਜਿਨੇ ਮਨ ਰੱਖਿਆ ਨਾ ਆਪਣਾ, ਗੁਰੂ ਨਾਨਕ ਸਾਹਿਬ ਜੀ ਦੀ ਏਡੀ ਵੱਡੀ ਲੀਲਾ ਹੈ, ਏਡੀ ਵੱਡੀ ਉਹਨਾਂ ਦੀ ਸ਼ਕਤੀ ਹੈ, ਉਹਨਾਂ ਦਾ ਜ਼ੋਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਾਡਾ ਭਟਕਦਾ ਹੋਇਆ ਮਨ ਗਿਆਨ ਦੇ ਕੇ ਇੱਥੇ ਬਿਠਾ ਦਿੰਦੇ ਹੈ। ਸੋਝੀ ਇਹ ਕਹਿ ਦੇਵਾਂ, ਉਹ ਗਿਆਨ ਦੇ ਪਿੰਜਰੇ ਦੇ ਵਿੱਚ ਪਾ ਦਿੰਦੇ। ਸਾਡਾ ਮਨ ਇੱਧਰ ਉੱਧਰ ਨਹੀਂ ਜਲੂਸ਼ਦਾ, ਠਹਿਰ ਜਾਂਦਾ, ਇੱਕ ਜਗ੍ਹਾ ਤੇ ਟਿਕਾ ਦੇ ਵਿੱਚ ਆ ਜਾਂਦਾ ਹੈ। ਪਵਾੜਾ ਹੀ ਮਨ ਦਾ ਹੈ, ਇਹ ਹੀ ਨਹੀਂ ਜੇ ਸਾਡਾ ਖਲੋਂਦਾ। ਬਾਕੀ ਹੋ ਸਕਦਾ ਦੁਨੀਆ ਤੇ ਰੁਕ ਜਾਵੇ, ਮਨ ਨਹੀਂ ਜੇ ਕਦੇ ਰੁਕੇਗਾ। ਇਹ ਸ਼ੈਤਾਨ ਬਣ ਜਾਂਦਾ, ਲੋਭੀ ਬਣ ਜਾਂਦਾ। ਪਤਾ ਨਹੀਂ ਕਿੱਡੇ ਕਿੱਡੇ ਬਚਨ ਜਿਹੜੇ ਆ ਸਤਿਗੁਰਾਂ ਨੇ ਬਾਣੀ ਦੇ ਵਿੱਚ ਕਹੇ, ਇਹ ਇਕੱਲੇ ਮਨ ਕਰਕੇ। ਮਨ ਕੀ ਕੁਝ ਕਰ ਜਾਂਦਾ, ਕੀ ਕੁਝ ਬਣ ਜਾਂਦਾ, ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਇਹ ਮਨ ਜਿਹੜਾ ਭੱਜਾ ਫਿਰਦਾ ਹੈ ਬੰਦਾ ਹੀ, ਪਰ ਬੰਦੇ ਦਾ ਮਨ ਹੀ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਭੱਜਾ ਫਿਰਦਾ ਹੈ। ਸਭ ਕੁਝ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਆਖਿਆ। ਇਹ ਮਨ ਦਾ ਹੀ ਪਵਾੜਾ ਹੈ, ਮਨ ਹੀ ਨਹੀਂ ਜੇ ਸਾਡਾ ਵੱਸ ਦੇ ਵਿੱਚ ਆਉਂਦਾ। ਪਰ ਸਾਹਿਬ ਜੀ ਕਹਿੰਦੇ, ਜੇ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਮਨ ਰੱਖਦੀ, ਸਾਡਾ ਕਾਰਜ ਸਿੱਧ ਹੋ ਜਾਵੇਗਾ। ਮਨ ਵਿਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਆਪੇ ਸਾਰੇ ਕਾਰਜ ਰਾਸ। ਇਕੱਲੇ ਮਨ ਦੀ ਗੱਲ ਹੀ ਹੈ, ਸਭ ਕੁਝ ਸਿੱਧ ਹੋ ਜਾਵੇਗਾ।
ਉਹ ਬ੍ਰਾਹਮਣ ਕਹਿੰਦਾ ਜਦੋਂ ਮੇਰੀ ਗੋਸ਼ਟੀ ਹੋਈ ਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਾਰ ਹੋਈ, ਜਿਹੜੇ ਉਹਨਾਂ ਨੇ ਬਚਨ ਕਹੇ ਮੇਰੇ ਮਨ ਵਿੱਚ ਵਸ ਗਏ। ਬਸ ਉਸੇ ਦਾ ਗੱਲ ਹੈ, ਉਸੇ ਦਾ ਹੀ ਅਰਥ ਹੈ ਕਿ ਮੇਰਾ ਮਨ ਠਹਿਰਾਵ ਦੇ ਵਿੱਚ ਬਣ ਗਿਆ। ਲੋਕ ਉਦਾਰਨ ਕਰਤ ਅਨੇਕੋ, ਜਪੈ ਜਾਪ ਸੋ ਜੋ ਪਾਏ ਵਿਵੇਕੋ। ਆਂਦਾ ਇਸੇ ਕਰਕੇ ਮੈਂ ਕਹਿੰਦਾ ਹਾਂ ਗੁਰੂ ਨਾਨਕ ਸਾਹਿਬ ਅਨੇਕਾਂ ਲੋਕਾਂ ਦਾ ਉਧਾਰ ਕਰਨ ਵਾਸਤੇ ਆਏ ਹੈ। ਤੇ ਨਾਲ ਉਹਨੇ ਗੱਲ ਕਹੀ, ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤਾ ਹੋਇਆ ਜਾਪ ਮੰਤਰ ਜਿਹੜੇ ਵੀ ਕਮਾਉਣਗੇ ਉਹ ਬ੍ਰਹਮ ਗਿਆਨੀ ਦੀ ਅਵਸਥਾ ਤੇ ਪਹੁੰਚ ਜਾਣਗੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਇੱਕ ਬ੍ਰਾਹਮਣ ਆਪਣੇ ਮੁਖਾਰ ਬਿੰਦੋ ਆਖਦਾ, ਜਿਹੜਾ ਜਾਪ ਗੁਰੂ ਨਾਨਕ ਸਾਹਿਬ ਜੀ ਦੇਣਗੇ, ਜਿਹੜਾ ਬੰਦਾ ਉਹਨੂੰ ਜਪ ਲਵੇਗਾ ਉਹ ਬ੍ਰਹਮ ਗਿਆਨੀ ਬਣ ਜਾਵੇਗਾ। ਸਾਧ ਸੰਗਤ ਬੜੇ ਬੜੇ ਪਖੰਡੀਆਂ ਦੇ ਜਾਪ ਅਸੀਂ ਜਪੇ ਹੈ, ਬੜਿਆਂ ਦੇ ਮੰਤਰ ਲੈ ਕੇ ਅਸੀਂ ਆਪਣੇ ਗਲਾਂ 'ਚ ਤਵੀਤ ਵੀ ਪਾਈ ਹੈ। ਇਹ ਕੋਈ ਭਰਮ ਹੈ, ਸਾਰੇ ਬਹੁਤ ਪਾਏ ਹੈ। ਔਰ ਸਾਧ ਸੰਗਤ ਆਪਣੇ ਗੁੱਟਾਂ ਨੂੰ ਬੰਨ੍ਹ ਕੇ ਵੇਖ ਲਿਆ, ਜਾਂ ਉਹ ਜਿਹੜੇ ਮੰਤਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨੇ ਲਿਖਿਆ ਕੀ ਹੁੰਦਾ, ਉਹ ਆਪਣੀਆਂ ਜੇਬਾਂ ਦੇ ਵਿੱਚ ਪਾ ਕੇ ਰੱਖੇ, ਆਪਣੇ ਬਟੂਏ ਦੇ ਵਿੱਚ ਸਾਂਭ ਕੇ ਰੱਖੇ। ਪਰ ਸੱਚ ਕਰਕੇ ਜਾਣਿਓ, ਕਲਿਆਣ ਸਾਡਾ ਫਿਰ ਵੀ ਨਹੀਂ ਹੋਇਆ, ਸਾਡਾ ਕਲਿਆਣ ਨਹੀਂ ਜੀ ਹੋਇਆ। ਪਰ ਇੱਕੋ ਮੰਤਰ ਹੈ ਜਿਹਨੂੰ ਅਸੀਂ ਗੁਰਮੰਤਰ ਆਖਦੇ ਹਾਂ, ਜਿਹਨੂੰ ਮੂਲ ਮੰਤਰ ਆਖਦੇ ਹਾਂ। ਬਾਣੀ ਦਾ ਸਾਰ ਅੰਸ਼ ਹੈ, ਤਤ ਗਿਆਨ ਹੈ ਬਾਣੀ ਦਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਜਾਪ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਮੰਤਰ ਹੈ। ਜਿਨੇ ਇਹਨੂੰ ਕਮਾ ਲਿਆ, ਸੱਚ ਕਰਕੇ ਜਾਣੋ ਬ੍ਰਹਮ ਅਗਾਨੀ ਦੀ ਅਵਸਥਾ ਤੇ ਪਹੁੰਚ ਜਾਵੇਗਾ। ਬ੍ਰਹਮ ਗਿਆਨੀ ਦੀ ਅਵਸਥਾ, ਜਿਹੜਾ ਕੱਲਾ ਮੂਲ ਮੰਤਰ ਨੂੰ, ਜਿਹੜਾ ਗੁਰ ਮੰਤਰ ਨੂੰ ਧਿਆਉਂਦਾ ਹੈ, ਏਡੀ ਵੱਡੀ ਉਪਾਧੀ ਤੇ ਪਹੁੰਚ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਪੈਸਾ ਲੈ ਕੇ ਸਾਡੀ ਝੋਲੀ ਦੇ ਵਿੱਚ ਨਹੀਂ ਜੀ ਪਾਇਆ, ਕੋਈ ਉਹਨੂੰ ਸਾਧ ਸੰਗਤ ਸਾਡੇ ਤੋਂ ਲਾਲਚ ਨਹੀਂ ਹੈ, ਕੋਈ ਲਾਲਚ ਨਹੀਂ। ਬਸ ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਨਿਸ਼ਾਨਾ ਸੀ ਕਿ ਦੁਨੀਆ ਦੇ ਲੋਕ ਸਿੱਧੇ ਰਸਤੇ ਲੱਗ ਜਾਣ, ਹੋਰ ਕੋਈ ਉਹਨਾਂ ਨੂੰ ਲਾਭ ਨਹੀਂ, ਕੋਈ ਲਾਲਚ ਨਹੀਂ। ਪਰ ਜਿਹੜੇ ਹੋਰ ਸਾਨੂੰ ਦਿੰਦੇ ਆ ਨਾ ਮੰਤਰ, ਉਹਨਾਂ ਦੇ ਮਗਰ ਬੜੇ ਉਹਨਾਂ ਦੇ ਸਵਾਰਥ ਹੁੰਦੇ ਜੀ, ਬੜੇ ਸਵਾਰਥ। ਕਈ ਕਹਿੰਦੇ ਆ ਕਿ ਤੇਰੀ ਕੰਨ ਦੇ ਵਿੱਚ ਆ ਜਿਹੜਾ ਮੰਤਰ ਦਿੱਤਾ, ਜਾਪ ਦਿੱਤਾ, ਇਹ ਕਿਸੇ ਹੋਰ ਨੂੰ ਨਾ ਦੱਸੀ, ਇਹ ਤੇਰੇ ਵਾਸਤੇ ਹੀ ਆ। ਸਾਧ ਸੰਗਤ ਇਹਦਾ ਮਤਲਬ ਕਿੰਨੀ ਦੁਨੀਆ ਹੈ, ਜੇ ਸਾਰੀ ਉਸ ਬਾਬੇ ਡੇਰੇ ਪਹੁੰਚ ਜਾਵੇ, ਸਾਰਿਆਂ ਨੂੰ ਮੰਤਰ ਦੇਵੇ, ਕਿੰਨੇ ਕੁ ਉਹਦੇ ਕੋਲ ਮੰਤਰ ਹੋਣਗੇ ਜਿਹੜੇ ਦੇਵੇਗਾ। ਪਰ ਸਾਡੇ ਬਾਬੇ ਦਾ ਇੱਕੋ ਹੀ ਮੰਤਰ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਡੰਕੇ ਦੀ ਚੋਟ ਦੇ ਦੁਨੀਆ ਦੇ ਲੋਕਾਂ ਦੇ ਝੋਲੀ ਦੇ ਵਿੱਚ ਪਾ ਦਿੱਤਾ ਵੀ ਆਹ ਹੈ ਮੰਤਰ, ਆਹ ਹੈ ਗੁਰ ਮੰਤਰ। ਭਲਿਆ ਮੈਂ ਕਿਸੇ ਦੇ ਕੋਲ ਲੁਕਾਉਣਾ ਨਹੀਂ, ਕਿਸੇ ਦੇ ਕੋਲ ਛੁਪਾਉਣਾ ਨਹੀਂ, ਪਰ ਜੇ ਤੂੰ ਇਹਦੀ ਕਮਾਈ ਕਰੇਗਾ ਤੇ ਬੜਾ ਕੁਝ ਪ੍ਰਾਪਤ ਹੋ ਜਾਵੇਗਾ, ਬੜਾ ਕੁਝ ਤਰ ਜਾਵੇਗੀ। ਉਹ ਤਰ ਜਾਣਗੇ ਉਹ ਲੋਕ ਜਿਨ੍ਹਾਂ ਨੇ ਮੂਲ ਮੰਤਰ, ਜਿਨ੍ਹਾਂ ਨੇ ਗੁਰ ਮੰਤਰ ਦੀ ਕਮਾਈ ਕੀਤੀ ਹੈ। ਇਹਦੇ ਨਾਲ ਸਾਡਾ ਮਨ ਵੀ ਟਿਕਾ ਵਿੱਚ ਆਵੇਗਾ। ਸੱਚ ਹੈ ਸਾਧ ਸੰਗਤ, ਇਹਦੇ ਵਿੱਚੋਂ ਰੱਬ ਦੇ ਦੀਦਾਰ ਹੁੰਦੇ ਆ। ਦੀਦਾਰ ਕਿਉਂ ਹੁੰਦੇ ਆ? ਕਿਉਂਕਿ ਮੂਲ ਮੰਤਰ ਹੈ ਹੀ ਰੱਬ ਦੀ ਤਸਵੀਰ। ਬਾਹਰੀ ਤੌਰ ਤੇ ਘੜਦੇ ਆ ਨਾ, ਤਸਵੀਰਾਂ ਬਣਾਉਂਦੇ ਆ, ਸੱਚ ਕਰਕੇ ਜਾਣਿਓ ਮਨ ਦੇ ਅੰਦਰ ਰੱਬ ਦੀ ਤਸਵੀਰ ਬਣ ਜਾਵੇਗੀ ਜਿੱਦਣ ਅਸੀਂ ਮੂਲ ਮੰਤਰ ਦੀ ਕਮਾਈ ਕਰਨ ਲੱਗ ਪਏ ਕਿ ਰੱਬ ਆ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਬਸ ਮੂਲ ਮੰਤਰ ਦੀ ਕਮਾਈ ਕਰ, ਇਹ ਜਾਪ ਦੀ ਕਮਾਈ ਕਰ। ਜਿੱਦਣ ਇਸ ਜਾਪ ਦੀ ਕਮਾਈ ਕਰੇਗਾ, ਸੱਚ ਕਰਕੇ ਜਾਣੀ, ਤੂੰ ਧਨ ਵਾਲਾ ਬਣ ਜਾਵੇਗਾ, ਤੇਰੀ ਕੁੱਲ ਧਨ ਵਾਲਾ ਬਣ ਜਾਵੇ ਕਿ ਤਰ ਜਾਵੇਗਾ ਸਾਰੇ। ਤੇ ਜਿਹੜੇ ਉਹਦੇ ਕੋਲ ਬਹਿਣਗੇ ਉਸ ਕਮਾਈ ਵਾਲੇ ਦੇ ਕੋਲ, ਸਾਧ ਸੰਗਤ ਉਹੀ ਵੰਡੇਗਾ ਨਾ ਜੋ ਉਹਦੇ ਕੋਲ ਹੋਵੇਗਾ, ਹੋਰ ਨਹੀਂ ਕੁਝ ਵੰਡੇਗਾ। ਆ ਬ੍ਰਾਹਮਣ ਨੂੰ ਮੇਰੇ ਦਾਤੇ ਨੇ ਉਹ ਜਾਪ ਦਿੱਤਾ, ਉਹਦਾ ਮਨ ਠਹਿਰਾ ਦੇ ਵਿੱਚ ਆ ਗਿਆ, ਇੱਕ ਟਿਕਾ ਦੇ ਵਿੱਚ ਆ ਗਿਆ। ਤੇ ਬ੍ਰਾਹਮਣ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੂੰ ਕਹਿੰਦਾ ਹੈ, ਆਂਦਾ ਗੁਰੂ ਨਾਨਕ ਸਾਹਿਬ ਜੀ ਦੀ ਮੇਰੇ ਨਾਲ ਗੋਸ਼ਟੀ ਹੋਈ ਤੇ ਮੇਰਾ ਮਨ ਇੱਕ ਜਗ੍ਹਾ ਤੇ ਰੁਕ ਗਿਆ, ਹੁਣ ਮੇਰਾ ਮਨ ਭੱਜਾ ਨਹੀਂ ਫਿਰਦਾ, ਇੱਕ ਟਿਕਾ ਦੇ ਵਿੱਚ ਹੈ। ਭਾਈ ਸਾਹਿਬ ਜੀ ਕਹਿਣ ਲੱਗੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜਾਪ ਜਪੇਗਾ ਉਹ ਬ੍ਰਹਮ ਗਿਆਨੀ ਦੀ ਅਵਸਥਾ ਤੇ ਪਹੁੰਚ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਤੇ ਵੱਡੇ ਵੱਡੇ ਦੇਵਤਿਆਂ ਦੇ ਰੂਪ ਹੈ, ਅਕਾਲ ਪੁਰਖ ਦਾ ਰੂਪ ਹੈ, ਤੇ ਗੁਰੂ ਨਾਨਕ ਸਾਹਿਬ ਜੀ ਵੱਡੇ ਕਲਾਵਾਨ ਹਨ। ਉਹਨਾਂ ਦੇ ਕੋਲ ਬਹੁਤ ਵੱਡਾ ਗੁਣਾਂ ਦਾ ਖਜ਼ਾਨਾ ਹੈ। ਵਿਪਰ ਬਚਨ ਸੁਣ ਕਰ ਤਬ ਕਾਲੂ, ਸਤਨੇ ਆਇਓ ਰੋਸ ਵਿਚਾਲੂ। ਉਸ ਪੰਡਤ ਦੇ ਬ੍ਰਾਹਮਣ ਦੇ ਬਚਨ ਸੁਣ ਕੇ, ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਗੁੱਸਾ ਆ ਗਿਆ।
ਇਹ ਮੈਂ ਇਹਦੇ ਕੋਲ ਆਪਣਾ ਦੁੱਖ ਰੋਣ ਵਾਸਤੇ ਗਿਆ ਤੇ ਇਹ ਤੇ ਆਪਦੀਆਂ ਗੱਲਾਂ ਸੁਣਾਈ ਜਾਂਦਾ ਹੈ। ਹੌਲਾ ਕਰਨ ਵਾਸਤੇ ਬਾਬਾ ਕਾਲੂ ਮੰਨ ਗਿਆ ਸੀ, ਪਰ ਗੁਰੂ ਨਾਨਕ ਸਾਹਿਬ ਦੀ ਸਿਫਤ ਸੁਣ ਕੇ ਭਾਈ ਸਾਹਿਬ ਜੀ ਕਹਿੰਦੇ ਆਪਣੇ ਘਰ ਵਿੱਚ ਵਾਪਸ ਆ ਗਿਆ। ਏ ਪਾਸ਼ੇ ਸ੍ਰੀ ਗੁਰੂ ਜਗਤੀਸ਼ਾ ਰਹਿਤ ਉਦਾਸ ਦੁਰਾਈ ਵਿਸਾ। ਇਸ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਘਰ ਦੇ ਵਿੱਚ ਉਦਾਸ ਰਹਿਣ ਲੱਗ ਪਏ। ਉਹ ਕਲਾਵਾਨ ਕਰ ਕਹਈ ਜੋ ਸਤ ਸੰਗੀ ਮਾਨਵ ਆਈ। ਜਿਹੜੇ ਉਹਨਾਂ ਦੇ ਸਤ ਸੰਗੀ ਹੈ, ਜਿਹੜੇ ਕੋਲ ਬਹਿਣ ਵਾਲੇ ਸਨ, ਸੰਗਤ ਕਰਨ ਵਾਲੇ, ਗੁਰੂ ਨਾਨਕ ਸਾਹਿਬ ਜੀ ਨੂੰ ਉਹ ਬਹੁਤ ਵੱਡੇ ਕਲਾਵਾਨ ਕਹਿੰਦੇ ਹਨ। ਨਰਮਤ ਮੰਦ ਨ ਲਖ ਸੁਖ ਕੰਦਾ ਨ ਜਾਣੇ ਏ ਰੂਪ ਮਕੰਦਾ। ਜਿਹੜੇ ਭੈੜੀ ਮੱਤ ਵਾਲੇ, ਭਾਈ ਸਾਹਿਬ ਜੀ ਭੈੜੀ ਮੱਤ ਲਿਖਦੇ, ਭੈੜੀ ਮੱਤ ਵਾਲੇ ਜਿਨ੍ਹਾਂ ਨੂੰ ਸੋਝੀ ਨਹੀਂ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਚਾਣ ਨਾ ਸਕੇ, ਉਹ ਸਮਝ ਨਾ ਸਕੇ ਕਿ ਗੁਰੂ ਨਾਨਕ ਸਾਹਿਬ ਜੀ ਮੁਕਤੀ ਦੇ ਦਾਤੇ ਹਨ। ਵੈਰ ਨਗਰ ਤੇ ਬਿਟ ਬਜ ਦੂਰਾ ਬਾਸੁਰ ਬਸ ਤੈ ਜਗ ਮੂਰਾ। ਜਿਹੜਾ ਬਾਰ-ਬਾਰ ਨਗਰ ਤੋਂ ਇੱਕ ਬ੍ਰਿਸ਼, ਇੱਕ ਰੁੱਖ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਥੱਲੇ ਜਾ ਕੇ ਬੈਠ ਜਾਂਦੇ, ਚਾਦਰ ਵਿਛਾ ਕੇ ਲੰਮੇ ਪੈ ਜਾਂਦੇ। ਅਗਲੇਰਾ ਇਤਿਹਾਸ ਕੱਲ ਦੇ ਦੀਵਾਨਾਂ ਦੇ ਵਿੱਚ ਵਾਚਾਂਗੇ। ਸਮਾਂ ਸਮਾਪਤ ਹੈ। ਬੇਅੰਤ ਭੁੱਲਾ ਚੁੱਕਾ ਦੀ ਖਿਮਾ ਜੀ। ਸਤਨਾਮ ਵਾਹਿਗੁਰੂ, 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 ਸਤਨਾਮ